ਦੇਖੋ ਗੁਰ ਦਰਸ਼ਨੋ ਗੁਰ ਚਰਨੀ ਮੱਥਾ ਪੈਰੀ ਮਾਰਗ ਚੱਲਦਾ ਪੱਖਾ ਫੇਰੀ ਹੱਥਾ ਅਕਾਲ ਮੂਲਾ ਗੁਰ ਬਖਸ਼ਿਆ ਨਾਮ ਨਿਧਾਨ ਸਗਲੋ ਦੁਖ ਲੱਥਾ ਭੋਗੋ ਪੁੰਚੋ ਭਾਈਓ ਪੱਲੇ ਨਾਮ ਕਥਾ ਨਾਮ ਦਾਨ ਇਸ਼ਨਾਨ ਦਿੜ ਸਦਾ ਕਰੋ ਗੁਰ ਕਥਾ ਸਹਿਜ ਪਿਆ ਪ੍ਰਭ ਪਾਇਆ ਜਮ ਕਾ ਭਉ ਲੱਥਾ ਨਾਮ ਦਾਨ ਇਸ਼ਨਾਨ ਦਿਰੜ ਸਦਾ ਕਰੋ ਗੁਰ ਕਥਾ ਸਹਿਜ ਪਿਆ ਪ੍ਰਭ ਪਾਇਆ ਜਮ ਕਾ ਭਉ ਲੱਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਜੋ ਪਵਿੱਤਰ ਬਾਣੀ ਬਾਣੀ ਹੈ ਜਪਜੀ ਸਾਹਿਬ, ਉਹਦੀ ਆਪਾਂ ਕਥਾ ਆਰੰਭ ਕੀਤੀ ਹੋਈ ਆ। ਅੱਜ ਦੂਸਰਾ ਭਾਗ ਉਸ ਬਾਣੀ ਦਾ ਹੈ। ਕੱਲ੍ਹ ਆਪਾਂ ਮੂਲ ਮੰਤਰ ਦੀ ਵਿਆਖਿਆ ਕੀਤੀ ਸੀ ਤੇ ਗੁਰ ਪ੍ਰਸਾਦ ਤੱਕ ਆਪਾਂ ਗਏ ਸਾਂ। ਉਹਦੇ ਇੱਕ ਸ਼ਬਦ ਆਇਆ ਸੀ ਸਹਿਭੰਗ, ਕਿ ਪਰਮਾਤਮਾ ਜਿਹੜਾ ਉਹ ਕਿਸੇ ਤੋਂ ਜਾਇਆ ਹੋਇਆ ਨਹੀਂ ਆ, ਅਜਾਏ ਹੈ ਅਕਾਏ ਹੈ, ਆਪਣੇ ਆਪ ਤੋਂ ਹੈ ਪਰਮਾਤਮਾ। ਸਹਿਭੰਗ। ਧਰਤੀ ਉੱਤੇ ਬੜੀਆਂ ਚੀਜ਼ਾਂ ਨੇ ਜਿਹੜੀਆਂ ਆਪਣੇ ਆਪ ਚੱਲ ਰਹੀਆਂ ਨੇ, ਕੋਈ ਉਸ ਨੂੰ ਚਲਾਉਣ ਵਾਲਾ ਨਹੀਂ ਹੈ। ਸਹਿਭੰਗ। ਅਸੀਂ ਸੌਂ ਜਾਂਦੇ ਹਾਂ ਤੇ ਸਵਾਸ ਸਾਡੇ ਸਹਿਭੰਗ ਚੱਲਦੇ ਨੇ, ਆਪਣੇ ਆਪ ਹੀ ਚੱਲਦੇ ਨੇ। ਅਸੀਂ ਸੁੱਤੇ ਹਾਂ ਤੇ ਸੁੱਤੇ ਉੱਠ ਜਾਂਦੇ ਹਾਂ, ਇਹ ਵੀ ਸਹਿਭੰਗ ਹੀ ਹੈ, ਆਪਣੇ ਆਪ। ਅਸੀਂ ਭੋਜਨ ਖਾ ਸਕਦੇ ਹਾਂ ਤੇ ਭੋਜਨ ਪਚਾ ਨਹੀਂ ਸਕਦੇ, ਭੋਜਨ ਆਪਣੇ ਆਪ ਪਚਦਾ ਹੈ। ਸਾਡਾ ਜਨਮ ਸਾਡੀ ਮਰਜ਼ੀ ਮੁਤਾਬਕ ਨਹੀਂ ਹੋਇਆ। ਅਸੀਂ ਮਾਤਾ ਪਿਤਾ ਦੀ ਚੋਣ ਅਸੀਂ ਨਹੀਂ ਕਰ ਸਕਦੇ। ਪਿਤਾ ਕੇ ਜਨਮ ਕੇ ਜਾਣੇ ਪੂਤ। ਅਸੀਂ ਜਿਹੜੀ ਮਾਂ ਚੁਣੀ ਆ ਉਹ ਆਪਣੇ ਮੁਤਾਬਕ ਥੋੜਾ ਹੈ। ਪਿਤਾ ਕਾ ਜਨਮ ਕੇ ਜਾਣੇ ਪੂਤ। ਅਸੀਂ ਜਿਹੜਾ ਸਾਡਾ ਪਿਤਾ ਬਣਿਆ ਉਹ ਸਾਡੀ ਇੱਛਾ ਮੁਤਾਬਕ ਥੋੜਾ ਬਣਿਆ। ਇਹਦਾ ਇਹ ਅਰਥ ਹੈ। ਕਈ ਕਹਿੰਦੇ ਪਿਤਾ ਕਾ ਜਨਮ ਕੇ ਜਾਣੇ ਪੂਤ। ਪਿਤਾ ਦੇ ਜਨਮ ਦਾ ਸਾਨੂੰ ਤੇ ਪਤਾ ਵੀ ਇੰਨੀ ਤਰੀਕ ਨੂੰ ਜੰਮਿਆ ਹੈ, ਪਰ ਸਾਨੂੰ ਨਹੀਂ ਪਤਾ ਸੀ ਵੀ ਸਾਡਾ ਪਿਤਾ ਇਹ ਬਣਨਾ ਹੈ। ਜਾਂ ਇਹ ਕਹਿ ਸਕਦੇ ਕਿ ਅਸੀਂ ਆਪਣੀ ਇੱਛਾ ਮੁਤਾਬਕ ਨਾ ਮਾਂ ਚੁਣੀ ਆ ਨਾ ਪਿਤਾ ਚੁਣਿਆ ਹੈ, ਇਹ ਆਪਣੇ ਆਪ ਹੋਇਆ ਹੈ। ਗਰਭ ਦੇ ਅੰਦਰ 9 ਮਹੀਨੇ ਰੱਬ ਨੇ ਸਾਨੂੰ ਰੱਖਿਆ, ਪਰਮੇਸ਼ਰ ਨੇ। ਤੇ ਉਹਨੇ 9 ਮਹੀਨਿਆਂ ਬਾਅਦ ਜਦੋਂ ਜੰਮਦਾ ਬੱਚਾ, ਕਿ ਬੱਚਾ ਆਪ ਜੰਮਦਾ ਨਹੀਂ, ਇਹ ਸਹਿਭੰਗ ਹੋ ਰਿਹਾ ਹੈ, ਸੁੱਤੇ ਸਿੱਧ ਹੋ ਰਿਹਾ ਹੈ, ਸਹਿਭੰਗ ਹੈ। ਚਲੋ ਮਨੁੱਖੀ ਜਾਤ ਕੋਲ ਕੋਈ ਤਰੀਕੇ ਹੋਣਗੇ ਕਿ 9 ਮਹੀਨੇ ਦਾ ਬੱਚਾ ਗਰਭ 'ਚ ਹੋ ਗਿਆ। ਜਿਹੜੇ ਪਸ਼ੂ ਨੇ ਉਹਨਾਂ ਦੇ ਵੀ ਬੱਚੇ 9 ਮਹੀਨੇ ਬਾਅਦ ਜੰਮਦੇ ਨੇ। ਉਹ ਕਿਸ ਤਰ੍ਹਾਂ ਜੰਮਦੇ ਨੇ? ਸਹਿਭੰਗ, ਆਪਣੇ ਆਪ। ਪਸ਼ੂ ਨੂੰ ਕੋਈ ਪਤਾ ਨਹੀਂ ਕਿ ਮੇਰਾ ਬੱਚਾ 9 ਮਹੀਨੇ ਦਾ ਹੋ ਗਿਆ, ਉਹਦਾ ਜਨਮ ਵੀ ਹੋਣਾ, ਉਸਨੂੰ ਕੋਈ ਪਤਾ ਨਹੀਂ ਹੈ। ਉਹਨੂੰ ਕਹਿੰਦੇ ਨੇ ਸਹਿਭੰਗ, ਸੁਤੇ ਪ੍ਰਕਾਸ਼। 9 ਮਹੀਨੇ ਤੋਂ ਬਾਅਦ ਫਿਰ ਸਾਡਾ ਜਨਮ ਹੋਇਆ ਹੈ। ਅਸੀਂ ਬੱਚੇ ਸੀ,
ਤੇ ਬੱਚੇ ਤੋਂ ਅਸੀਂ ਜਵਾਨੀ ਵੱਲ ਨੂੰ ਆਏ ਆ। ਕਿਸ ਤਰ੍ਹਾਂ ਆਏ ਆ? ਆਪਣੀ ਇੱਛਾ ਮੁਤਾਬਕ ਆਏ ਆ। ਸਾਡੀ ਇੱਥੇ ਇੱਛਾ ਨਹੀਂ ਚੱਲਦੀ। ਇਹਨੂੰ ਕਹਿੰਦੇ ਹੁਕਮੇ ਅੰਦਰ ਸਭ ਕੋ। ਹਰੇਕ ਹੀ ਗੱਲ ਉੱਤੇ ਰੱਬ ਦਾ ਹੁਕਮ ਲਾਗੂ ਹੈ। ਪੱਤੇ ਝੜ ਗਏ ਨੇ ਹੁਣ, ਕੀ ਪੱਤੇ ਆਪ ਝੜੇ ਨੇ? ਨਹੀਂ, ਇਸ ਤੇ ਵੀ ਰੱਬ ਦਾ ਹੁਕਮ, ਹੁਕਮੇ ਅੰਦਰ ਸਭ ਕੋ, ਇਸ ਤੇ ਵੀ ਰੱਬ ਦਾ ਹੁਕਮ ਲਾਗੂ ਹੈ। ਹੁਣ ਬਸੰਤ ਬਹਾਰ ਆਉਣੀ ਹੈ, ਕਿਸ ਨੇ ਲਿਆਉਣੀ ਹੈ? ਸਹਿਭੰਗ। ਇਸ ਤੇ ਵੀ ਹੁਕਮੇ ਅੰਦਰ ਸਭ ਕੋ, ਇਹਦੇ ਉੱਤੇ ਵੀ ਰੱਬ ਦਾ ਹੁਕਮ ਲਾਗੂ ਹੋਣਾ ਹੈ। ਅਸੀਂ ਬਚਪਨ ਤੋਂ ਜਵਾਨੀ ਵੱਲ ਆਏ ਹਾਂ, ਇਹਦੇ 'ਚ ਸਾਡਾ ਕੀ ਕਿਰਦਾਰ ਹੈ? ਕੋਈ ਕਿਰਦਾਰ ਨਹੀਂ ਹੈ। ਸਹਿਭੰਗ ਹੈ, ਆਪਣੇ ਆਪ ਹੈ। ਜਵਾਨੀ ਸਾਡੀ ਢਲਣੀ ਸ਼ੁਰੂ ਹੋ ਗਈ, ਵਡੇਪਾ ਆਉਣਾ ਸ਼ੁਰੂ ਹੋ ਗਿਆ। ਇਹਦੇ ਤੇ ਸਾਡਾ ਕੀ ਕਿਰਦਾਰ ਹੈ? ਸਾਡਾ ਕੀ ਰੋਲ ਹੈ ਕਿ ਅਸੀਂ ਜਵਾਨੀ ਤੋਂ ਬੁੱਢੇ ਹਾਲ ਨੂੰ ਤੁਰ ਜਾਈਏ? ਕੋਈ ਰੋਲ ਨਹੀਂ ਹੈ। ਹੁਕਮੇ ਅੰਦਰ ਸਭ ਕੋ ਹੈ, ਬਾਹਰ ਹੁਕਮ ਨਾ ਕੋਏ। ਕੋਈ ਬੱਚਾ ਆਪਣੇ ਆਪ ਨੂੰ ਜਵਾਨੀ ਤੋਂ ਰੋਕ ਸਕਦਾ ਹੈ ਕਿ ਮੈਨੂੰ ਜਵਾਨੀ ਨਾਲ ਮੈਂ ਬੱਚਾ ਹੀ ਰਵਾਂ? ਨਹੀਂ ਰੋਕ ਸਕਦਾ। ਜਵਾਨ ਕੋਈ ਆਪਣੇ ਆਪ ਨੂੰ ਨਹੀਂ ਰੋਕ ਸਕਦਾ ਕਿ ਮੈਨੂੰ ਵਡੇਪਾ ਨਾ ਆਵੇ। ਅੱਜ ਦਾ ਜਿਹੜਾ ਦਰਬਾਰ ਸਾਹਿਬ ਦਾ ਹੁਕਮਨਾਮਾ ਹੈ ਨਾ, ਉਹ ਵੀ ਇਹੀ ਹੈ ਕਿ ਜਬ ਜਰੀਏ ਤਬ ਹੋਏ ਭਸਮ ਤਨ। ਜਦੋਂ ਇਸ ਸਰੀਰ ਨੂੰ, ਵਡੇਪੇ ਨੂੰ ਨਹੀਂ ਅਸੀਂ, ਜਿੱਥੇ ਜਵਾਨੀ ਨੂੰ ਨਹੀਂ ਰੋਕ ਸਕੇ, ਉੱਥੇ ਅਸੀਂ ਵਡੇਪੇ ਨੂੰ ਵੀ ਨਹੀਂ ਰੋਕ ਸਕਦੇ। ਤੇ ਜਿੱਥੇ ਅਸੀਂ ਵਡੇਪੇ ਨੂੰ ਨਹੀਂ ਰੋਕ ਸਕਦੇ, ਉੱਥੇ ਅਸੀਂ ਮੌਤ ਨੂੰ ਵੀ ਨਹੀਂ ਰੋਕ ਸਕਦੇ। ਸਹਿਭੰਗ ਵਾ, ਇਹ ਆਪਣੇ ਆਪ ਵਾ। ਇਸ ਤੇ ਕੋਈ ਨਹੀਂ, ਕਿਸੇ ਦਾ ਕੋਈ ਹੁਕਮ ਲਾਗੂ ਨਹੀਂ ਹੈ। ਦਰਿਆ ਵਹਿ ਰਹੇ ਨੇ, ਸਹਿਭੰਗ ਵਾ। ਧਰਤੀ ਚੱਲ ਰਹੀ ਹੈ, ਸਹਿਭੰਗ ਹੈ, ਆਪਣੇ ਆਪ ਹੈ, ਚਲਾ ਥੋੜਾ ਰਿਹਾ। ਬਿਨ ਥੰਮਾ ਗਗਨ ਰਹਾਇਆ। ਇੰਨੀਆਂ ਧਰਤੀਆਂ ਉੱਪਰ ਸਾਡੇ ਤੇ ਚੱਲ ਰਹੀਆਂ ਨੇ, ਉਹ ਕਿਸ ਤਰ੍ਹਾਂ ਨੇ? ਸਹਿਭੰਗ ਹੈ, ਉਹ ਸਹਿਭੰਗ ਹੈ। ਬਿਨ ਥੰਮਾ ਗਗਨ ਰਹਾਇਆ। ਚੰਦਰਮਾ ਦੇ ਥੱਲੇ ਕੋਈ ਥੰਮਾ ਨਹੀਂ ਹੈ, ਸੂਰਜ ਥੱਲੇ ਕੋਈ ਥੰਮਾ ਨਹੀਂ ਹੈ। ਉਹ ਕਿਉਂ ਆ? ਉਹ ਸਹਿਭੰਗ ਹੈ, ਆਪਣੇ ਆਪ ਹੈ। ਜਿੱਥੇ ਅਸੀਂ ਆਪਣੇ ਪਿਤਾ ਕਾ ਜਨਮ ਕੇ ਜਾਣੇ ਪੂਤ, ਅਸੀਂ ਪਿਤਾ ਤੇ ਮਾਤਾ ਆਪਣੀ ਮਰਜ਼ੀ ਮੁਤਾਬਕ ਨਹੀਂ ਚੁਣੇ। ਹੁਕਮੇ ਅੰਦਰ ਸਭ ਕੋ ਆ। ਉੱਥੇ ਅਸੀਂ ਜਵਾਨੀ ਨੂੰ ਵੀ ਨਹੀਂ ਰੋਕ ਸਕਦੇ, ਬਚਪਨ ਨੂੰ ਨਹੀਂ ਰੋਕ ਸਕਦੇ, ਵਡੇਪੇ ਨੂੰ ਵੀ ਨਹੀਂ ਰੋਕ ਸਕਦੇ, ਤੇ ਅਸੀਂ ਆਪਣੀ ਮੌਤ ਨੂੰ ਵੀ ਨਹੀਂ ਰੋਕ ਸਕਦੇ। ਕਬੀਰ ਬੈਦ ਕਹੇ ਹਉ ਹੀ ਭਲਾ, ਦਾਰੂ ਮੇਰੇ ਬਸ। ਵੈਦ ਕਹਿੰਦੇ ਅਸੀਂ ਬੜੀਆਂ ਦਵਾਈਆਂ, ਜੜੀਆਂ ਬੂਟੀਆਂ ਤਿਆਰ ਕੀਤੀਆਂ ਹੋਈਆਂ ਨੇ। ਦਾਰੂ ਮੇਰੇ ਬਸ, ਇਹ ਤੋਂ ਬਸਤ ਗੋਪਾਲ ਕੀ ਹੈ। ਜਬ ਭਾਵੇ ਲੈ ਖਸ। ਸਾਸ ਗਏ ਕਾਇਆ ਟਲ ਪਾਏ, ਤਾਂ ਕਿ ਪਾਸ਼ੇ ਕੋਈ ਨਾ ਖਾਏ। ਦਵਾਈ ਉਹਨਾਂ ਚਿਰ ਚੱਲੂਗੀ ਜਿੰਨਾ ਚਿਰ ਅੰਦਰ ਸਾਹ ਚੱਲ ਰਹੇ ਨੇ। ਜਿੱਦਣ ਸਾਸ ਗਏ ਕਾਇਆ ਟਲ ਪਾਏ, ਜਦੋਂ ਸਾਹ ਨਿਕਲ ਗਿਆ ਕਾਇਆ ਡਿੱਗ ਪੈਂਦੀ ਹੈ। ਤੇ ਫਿਰ ਤਾਂ ਕਿ ਪਾਸ਼ੇ ਕੋਈ ਨਾ, ਫਿਰ ਦਵਾਈਆਂ ਵੀ ਪਰਾਂ ਸੁੱਟਣੀਆਂ ਪੈਂਦੀਆਂ। ਹੁਣ ਦਵਾਈਆਂ ਕਿਸੇ ਕੰਮ ਹੀ ਨਹੀਂ ਹੈ। ਤੇ ਸਹਿਭੰਗ ਜਬ ਜਰੀਏ ਤਬ ਹੋਏ ਭਸਮ ਤਨ। ਅੱਜ ਦਾ ਦਰਬਾਰ ਸਾਹਿਬ ਦਾ ਜਿਹੜਾ ਵਾਕ ਸੀ, ਰਹੇ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ। ਇਹ ਤਨ ਕੇ ਇਹ ਵਡਾਈ, ਕਾਹੇ ਭਈਆ ਫੂਲ ਫਿਰ ਤੋਂ ਫੂਲਿਆ ਫੂਲਿਆ। ਜਬ 10 ਮਾਸ ਉਰਦ ਮੁਖ ਰਹਿਤਾ, ਸੋਦਨ ਕੈਸੇ ਭੂਲਿਆ। ਨਾ ਤੇਰਾ ਜਨਮ ਤੇ ਕੋਈ ਅਧਿਕਾਰ ਸੀ, ਨਾ ਤੇਰਾ ਜਵਾਨੀ ਤੇ ਕੋਈ ਅਧਿਕਾਰ ਆ, ਨਾ ਤੇਰਾ ਕੋਈ ਵਡੇਪੇ ਤੇ ਅਧਿਕਾਰ ਆ, ਨਾ ਤੇਰਾ ਮੌਤ ਤੇ ਕੋਈ ਅਧਿਕਾਰ ਆ। ਇਹਨੂੰ ਕਹਿੰਦੇ ਨੇ ਸਹਿਭੰਗ। ਸਹਿਭੰਗ ਸੁਤੇ ਪ੍ਰਕਾਸ਼।
ਆਪਣੇ ਆਪ ਚੱਲ ਰਿਹਾ, ਕੋਈ ਨਹੀਂ ਚਲਾ ਰਿਹਾ। ਇੱਥੋਂ ਤੱਕ ਆਪਾਂ ਵਿਆਖਿਆ ਕੀਤੀ ਸੀ। ਤੇ ਅੱਗੇ ਸੀ ਆਦ ਸੱਚ, ਜੁਗਾਦ ਸੱਚ। ਆਦ, ਇਹ ਮੈਂ ਕਹਿ ਰਿਹਾ ਜਿਹੜੇ ਮੂਲ ਮੰਤਰ ਦੇ ਅੱਖਰ ਵਾ ਨਾ, ਕਈ ਕਹਿੰਦੇ ਨੇ ਵੀ ਇਹ ਜਿਹੜਾ ਮੂਲ ਮੰਤਰ ਵਾ ਨਾ, ਜਦੋਂ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਵੇਈ ਨਦੀ ਦੇ ਵਿੱਚ ਚੁੱਭੀ ਮਾਰਦੇ ਨੇ, ਬੜਾ ਲੰਮਾ ਸਮਾਂ ਜ਼ਿੰਦਗੀ ਦਾ ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਸਾਹਿਬ ਦੀ ਧਰਤੀ ਉੱਤੇ ਕੋਈ 12-13 ਸਾਲ ਗੁਜ਼ਾਰੇ ਨੇ। ਸਭ ਤੋਂ ਵੱਧ ਸਮਾਂ ਜ਼ਿੰਦਗੀ ਦਾ ਗੁਰੂ ਨਾਨਕ ਸਾਹਿਬ ਨੇ ਉੱਥੇ ਕੱਟਿਆ। ਤੇ ਇਹ ਮੂਲ ਮੰਤਰ ਦੇ ਬਾਰੇ ਧਾਰਨਾ ਵਾ ਕਿ ਇੱਕ ਦਿਨ ਗੁਰੂ ਨਾਨਕ ਸਾਹਿਬ ਜੀ ਵੇਈ ਨਦੀ ਵਿੱਚ ਪ੍ਰਵੇਸ਼ ਕਰ ਗਏ, ਚੁੱਭਾ ਮਾਰ ਗਏ ਤੇ ਮੁੜ ਕੇ 3 ਦਿਨ ਬਾਹਰ ਨਹੀਂ ਆਏ। ਤੇ ਚੁੱਭਾ ਮਾਰ ਕੇ ਵੇਈ ਨਦੀ ਚ ਪਾਰ ਹੋ ਗਏ ਤੇ ਸੱਚਖੰਡ ਦਰਬਾਰ ਪਹੁੰਚ ਜਾਂਦੇ ਨੇ। ਤੇ ਉੱਥੇ ਫਿਰ ਪਰਮੇਸ਼ਰ ਦੇ ਨਾਲ ਵਾਰਤਾਲਾਪ ਹੁੰਦੀ ਹੈ। ਜੋ ਜਨਮ ਸਾਖੀਆਂ ਨੇ, ਜੋ ਸਾਡੇ ਸਾਖੀਕਾਰਾਂ ਨੇ ਗੱਲਾਂ ਘੜੀਆਂ ਨੇ, ਮੈਂ ਉਹ ਗੱਲ ਕਹਿ ਰਿਹਾ। ਜਦੋਂ ਗੁਰੂ ਨਾਨਕ ਸਾਹਿਬ ਸੱਚਖੰਡ ਪ੍ਰਵੇਸ਼ ਕਰ ਦਿੰਦੇ ਨੇ ਵੇਹੀ ਨਦੀ ਦੇ ਵਿੱਚੋਂ, ਪਹਿਲੀ ਗੱਲ ਤੇ ਸਾਖੀ ਗਲਤ ਵਾ, ਕਿਉਂਕਿ ਵੇਹੀ ਨਦੀ ਰਾਹੀਂ ਕੋਈ ਸੱਚਖੰਡ ਨਹੀਂ ਜਾ ਸਕਦਾ। ਨਦੀਆਂ ਕੋਈ ਸੱਚਖੰਡ ਨਹੀਂ ਪਹੁੰਚਾਉਂਦੀਆਂ। ਇੱਕ ਬਾਣੀ ਦਾ ਵਾਕ ਆਉਂਦਾ ਹੈ, ਬਚਨ ਆਉਂਦਾ ਹੈ ਮਹਾਰਾਜ ਦਾ, ਮਾਫ ਕਰਨਾ, ਮਨ ਮੰਦੇ ਪ੍ਰਭ ਅਵਗਾਈਆਂ, ਇਹ ਰਸ ਭੋਗਣ ਪਾਤਸ਼ਾਹੀਆਂ। ਮਨ ਮੰਦੇ, ਇਹ ਜਦੋਂ ਕੋਈ ਮਨ ਦੇ ਅੰਦਰ ਚੁੱਭੀ ਮਾਰਦਾ ਏ, ਵੇਈ ਨਦੀ ਵਿੱਚ ਚੁੱਭੀ ਨਹੀਂ ਮਾਰਿਆ ਗੱਲ ਬਣਨੀ। ਜਦੋਂ ਮਨ ਦੇ ਅੰਦਰ ਕੋਈ ਚੁੱਭੀ ਲਾਉਂਦਾ ਹੈ, ਕਿਉਂਕਿ ਮਨ ਚੁੱਭੀ ਲਾਉਣ ਨਹੀਂ ਦਿੰਦਾ, ਮਨ ਉਛਲਦਾ ਹੈ, ਮਨ ਉਛਾਲੇ ਮਾਰਦਾ ਹੈ। ਤੁਸੀਂ ਸਮੁੰਦਰ ਦੇ ਕੰਢੇ ਖਲੋ ਕੇ ਕੋਈ ਸਮੁੰਦਰ ਵਿੱਚ ਚੀਜ਼ ਸੁੱਟੋ ਤੇ ਸਮੁੰਦਰ ਦਾ ਸੁਭਾਅ ਹੈ ਛਾਲਾਂ ਮਾਰ ਮਾਰ ਕੇ ਚੀਜ਼ ਬਾਹਰ ਨੂੰ ਸੁੱਟ ਦਿੰਦਾ ਹੈ। ਇਸੇ ਤਰ੍ਹਾਂ ਮਨ ਦਾ ਸੁਭਾਅ ਹੈ, ਤੁਸੀਂ ਇਹਦੇ ਅੰਦਰ ਜਾਣ ਦੀ ਕੋਸ਼ਿਸ਼ ਕਰੋ, ਇਹਦੇ ਅੰਦਰ ਚੁੱਭੀ ਮਾਰਨ ਦੀ ਕੋਸ਼ਿਸ਼ ਕਰੋ, ਇਹਦੇ ਅੰਦਰੋਂ ਲਹਿਰਾਂ ਉੱਠ ਰਹੀਆਂ ਨੇ। ਲੋਭ ਲਹਿਰ ਸਭ ਸਵਾਨ ਹਲਕ ਹੈ, ਲੋਭ ਲਹਿਰ ਅਤ ਨੀਜਰ ਬਾਜੇ, ਕਾਇਆ ਡੂਬੇ ਕੇਸਵਾ। ਮਨ ਦੇ ਵਿੱਚ ਲਹਿਰਾਂ ਨੇ ਤੇ ਲਹਿਰਾਂ ਸਾਨੂੰ ਫਿਰ ਅੰਦਰ ਜਾਣ ਨਹੀਂ ਦਿੰਦੀਆਂ। ਤੇ ਮਰ ਕਹਿੰਦੇ ਮਨ ਮੰਦੇ ਪ੍ਰਭ ਅਵਗਾਹੀਆਂ, ਜਿਹੜਾ ਚੁੱਭੀ ਮਾਰ ਗਿਆ ਮਨ ਦੇ ਅੰਦਰ। ਕਿਤੇ ਬੈਠ ਕੇ ਇਸ ਤਰ੍ਹਾਂ ਚੁੱਭੀ ਮਾਰਨ ਦੀ ਕੋਸ਼ਿਸ਼ ਕਰੋ ਤੇ ਵੇਖੋ ਕਿੱਦਾਂ ਅੰਦਰ ਤੂਫਾਨ ਚੱਲਣ ਦਿਆ। ਤੇ ਜਦੋਂ ਤੂਫਾਨ ਆ ਜਾਂਦਾ ਹੈ ਨਾ, ਤੇ ਬੇੜੀਆਂ ਫਿਰ ਚੱਲਦੀਆਂ ਨਹੀਂ ਹੈ। ਜਦੋਂ ਨਦੀਆਂ ਵਿੱਚ ਵੀ ਤੂਫਾਨ ਆ ਜੇ ਤੇ ਬੇੜੀਆਂ ਫਿਰ ਕੰਢੇ ਨਾਲ ਬੰਨਣੀਆਂ ਪੈਂਦੀਆਂ ਨੇ। ਇਸੇ ਤਰ੍ਹਾਂ ਜਦੋਂ ਮਨ ਦੇ ਅੰਦਰ ਬਹੁਤ ਭਾਰੀ ਤੂਫਾਨ ਹੋਵੇ, ਫਿਰ ਚੁੱਭੀ ਲੱਗਦੀ ਨਹੀਂ ਹੈ, ਸੁਰਤ ਜੁੜਦੀ ਨਹੀਂ ਹੈ, ਧਿਆਨ ਇਕਾਗਰ ਨਹੀਂ ਹੁੰਦਾ, ਕਿਉਂਕਿ ਲਹਿਰਾਂ ਬੜੀਆਂ ਨੇ। ਤੇ ਜੇ ਗੁਰੂ ਕਿਰਪਾ ਕਰੇ, ਮਰ ਕਹਿੰਦੇ ਮਨ ਮੰਦੇ ਪ੍ਰਭ ਅਵਗਾਈਆਂ, ਇਹ ਰਸ ਭੋਗਨ ਪਾਤਸ਼ਾਹੀਆਂ। ਮੈਂ ਕਹਿ ਰਿਹਾ ਸੀ ਜਿਹੜੀ ਸਾਖੀ ਘੜੀ ਗਈ ਆ ਕਿ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਵੇਈ ਵਿੱਚ ਚੁੱਭੀ ਮਾਰਦੇ ਨੇ ਤੇ ਸੱਚਖੰਡ ਜਾਂਦੇ ਨੇ ਤੇ ਉੱਥੋਂ ਮੂਲ ਮੰਤਰ ਲੈ ਕੇ ਆਉਂਦੇ ਨੇ। ਇਹ ਸਾਖੀ ਠੀਕ ਨਹੀਂ ਹੈ। ਇਸ ਤਰ੍ਹਾਂ ਕੋਈ ਸੱਚਖੰਡ ਜਾਂਦਾ ਨਹੀਂ ਹੈ। ਹਾਂ, ਕੋਈ ਮਨ ਕੀ ਆ, ਮਨ ਸਾਡੀ ਕਾਲੀ ਨਦੀ ਆ, ਕਾਲੀ ਵੇਈ ਆ, ਇਹਨੂੰ ਕੋ ਪਾਰ ਕਰ ਜਾਵੇ, ਇਹਦੀਆਂ ਲਹਿਰਾਂ ਤੋਂ ਕੋ ਪਾਰ ਭੋਰ ਜਾਵੇ, ਇਹਦੀਆਂ ਲਹਿਰਾਂ ਤੋਂ ਬਚ ਕੇ ਇਹਦੇ ਚ ਚੁੱਭੀ ਲਾ ਜਾਵੇ।
ਬਾਬਾ ਫਰੀਦ ਜੀ ਨਦੀ ਤੇ ਇਸ਼ਨਾਨ ਕਰਨ ਤੁਰੇ ਜਾ ਰਹੇ ਸੀ ਤੇ ਰਾਹ 'ਚ ਕੋਈ ਪ੍ਰੇਮੀ ਮਿਲ ਗਿਆ। ਇਸ ਤਰ੍ਹਾਂ ਦੇ ਰਾਹ ਗਲੀ ਵਾਲੇ ਪ੍ਰੇਮੀ ਬੜੇ ਮਿਲ ਜਾਂਦੇ ਨੇ। ਗਲੀ ਸੁਸੱਜਣ ਵੀ ਇੱਕ ਢਢੋਂਦੀ ਨਾਲ ਲਹਾਂ ਧੁੱਖਾਂ ਜੋ ਮਿਲਣੀ, ਕਾਰਨ ਤਿੰਨਾ ਮਾਂ ਪਰੀ। ਗਲੀਆਂ ਵਾਲੇ ਸੱਜਣ ਬੜੇ ਨੇ, ਗਲੀ ਸੁਸੱਜਣ ਵੀ। ਗਲੀਆਂ ਵਾਲੇ ਸੱਜਣ ਬੜੇ ਨੇ ਪਰ ਅਸਲੀ ਸੱਜਣ ਕੋਈ ਨਹੀਂ ਆ। ਗਲੀ ਸੁਸੱਜਣ ਵੀ ਏਕ ਢੁੰਡੇਂਦੀ ਨਾ ਲਹਾਂ। ਜਿੱਦਣ ਲੋੜ ਪੈਂਦੀ ਉਦੋਂ ਇੱਕ ਵੀ ਸੱਜਣ ਨਹੀਂ ਹੁੰਦਾ। ਫਰੀਦ ਸਾਹਿਬ ਤੁਰੇ ਜਾ ਰਹੇ ਸੀ ਇਸ਼ਨਾਨ ਕਰਨ ਵਾਸਤੇ ਤੇ ਕੋਈ ਰਾਹ 'ਚ ਕੋਈ ਪ੍ਰੇਮੀ ਮਿਲ ਗਿਆ। ਕਹਿਣ ਲੱਗਾ ਜੀ ਇਹ ਖੁਦਾ ਨੂੰ ਮਿਲਣ ਹੋ ਸਕਦਾ ਹੈ, ਇਹ ਹੋ ਸਕਦਾ ਹੈ, ਇਹ ਕਿੰਨਾ ਕੁ ਸਮਾਂ ਲੱਗੇਗਾ? ਬਾਬਾ ਫਰੀਦ ਜੀ ਕਹਿੰਦੇ ਆਜ ਮਿਲਾਵਾ, ਅੱਜ ਹੀ ਮਿਲਾ ਦਿੰਦੇ ਆ। ਕਹਿਣ ਲੱਗੇ ਠੀਕ ਆ। ਕਹਿੰਦੇ ਆਓ ਪਹਿਲਾਂ ਇਸ਼ਨਾਨ ਕਰ ਲਓ ਤੇ ਫਿਰ ਤੁਹਾਨੂੰ ਅਸੀਂ ਮਿਲਾ ਦਿੰਦੇ ਆ। ਬਾਬਾ ਫਰੀਦ ਜੀ ਉਸ ਪ੍ਰੇਮੀ ਨੂੰ, ਇਹੋ ਜਿਹੇ ਲੋਕਾਂ ਅੰਦਰ ਕੋਈ ਬਹੁਤੀ ਜਿਗਿਆਸਾ ਨਹੀਂ ਹੁੰਦੀ, ਵੈਸੇ ਹੀ ਸਵਾਲ ਕਰ ਲੈਂਦੇ ਨੇ। ਮੈਨੂੰ ਕਿਸੇ ਨੇ ਸਵਾਲ ਕੀਤਾ, ਬਾਬਾ ਜੀ ਗੁਰੂ ਨਾਨਕ ਸਾਹਿਬ ਦੀ ਦਾਈ ਕਿਹੜੀ ਸੀ? ਮੈਂ ਕਿਹਾ ਤੈਨੂੰ ਆਪਣੀ ਦਾਈ ਦਾ ਪਤਾ ਵਾ, ਤੇਰੀ ਦਾਈ ਕੌਣ ਸੀ? ਤੂੰ ਉਹਨਾਂ ਦੀ ਦਾਈ ਕੋ ਤੂੰ ਕੀ ਲੈਣਾ? ਐਵੇਂ ਸਵਾਲ ਕਰ ਦਿੰਦੇ ਨੇ, ਕੋਈ ਮਤਲਬ ਨਹੀਂ ਜਿੰਨਾ ਦਾ ਹੁੰਦਾ। ਤੇ ਸਵਾਲ ਤੋਂ ਹੀ ਪਤਾ ਲੱਗ ਜਾਂਦਾ ਵੀ ਅਕਲ ਹੈ ਨਹੀਂ ਗੀ। ਸਵਾਲ ਤੋਂ ਹੀ ਪਤਾ ਲੱਗ ਜਾਂਦਾ ਅਕਲ ਹੈ ਨਹੀਂ ਗੀ। ਬਾਬਾ ਫਰੀਦ ਜੀ ਉਸਨੂੰ ਕਹਿੰਦੇ ਆਜ ਮਿਲਾਵਾ, ਕੱਲ ਨਹੀਂ ਹੈ, ਖੁਦਾ ਦਾ ਮਿਲਣ ਹੋਣੇ ਹੀ ਆ। ਇੱਕ ਛਿਨ ਜਿਨ ਇੱਕ ਧਿਆਨ, ਇੱਕ ਚਿੱਤ ਜਿਨ ਇੱਕ ਛਿਨ ਧਿਆਇਓ। ਬਾਬਾ ਫਰੀਦ ਜੀ ਉਸਨੂੰ ਨਦੀ ਤੇ ਲੈ ਗਏ। ਕਹਿੰਦੇ ਪਹਿਲੋਂ ਆਜਾ ਇਸ਼ਨਾਨ ਕਰ ਲਾ। ਤੇ ਉਹ ਕਹਿੰਦੇ ਪ੍ਰੇਮੀ ਇਸ਼ਨਾਨ ਕਰਨ ਵੜ ਗਿਆ ਬਾਬਾ ਫਰੀਦ ਜੀ। ਬਾਬਾ ਫਰੀਦ ਜੀ ਨੇ ਉਹਨੂੰ ਜਦੋਂ ਉਹਨੇ ਚੁੱਭੀ ਲਾਈ, ਮਨ ਮੰਦੇ ਪ੍ਰਭ ਵਗਾਹੀਆਂ, ਇਹ ਰਸ ਭੋਗਨ ਪਾਤਸ਼ਾਹੀਆਂ, ਅਸਮਾਨ ਮਿਹਾਨੇ ਲੰਘ ਦਰਿਆ, ਗੁਸਲ ਕਰ ਦਮਬੂਦ, ਕਰ ਫਕਰ ਦਾਇਮ ਤਿਸਮੇ ਜਹਾਂ ਤਹਾਂ ਮੌਜੂਦ। ਜਦੋਂ ਉਸਨੇ ਚੁੱਭੀ ਮਾਰੀ, ਬਾਬਾ ਫਰੀਦ ਜੀ ਨੇ ਉਸਨੂੰ ਨੱਪ ਦਿੱਤਾ ਪਾਣੀ ਦੇ ਵਿੱਚ ਹੀ, ਤੜਫਣ ਲੱਗ ਪਏ। ਜਦੋਂ ਵੇਖਿਆ ਵੀ ਹੁਣ ਕਹਾਣੀ ਮੁੱਕਣ ਵਾਲੀ, ਫਿਰ ਛੱਡ ਦਿੱਤਾ। ਕਹਿਣਗੇ ਚੰਗੇ ਤੁਸੀਂ ਦਰਵੇਸ਼ ਹੋ, ਚੰਗਾ ਤੁਸੀਂ ਖੁਦਾ ਦੇ ਨਾਲ ਮਿਲਣ ਕਰਨ ਲੱਗੇ ਸੀ ਸਾਡਾ। ਕਹਿਣਗੇ ਖੁਦਾ ਇਸ ਤਰ੍ਹਾਂ ਹੀ ਮਿਲਦਾ ਹੈ, ਜਦੋਂ ਕੋਈ ਚੁੱਭੀ ਲਾ ਜਾਂਦਾ ਹੈ ਨਾ, ਉਦੋਂ ਹੀ ਖੁਦਾ ਮਿਲਦਾ ਹੈ। ਉਹਨਾਂ ਚਿਰ ਮਿਲਦਾ ਨਹੀਂ ਹੈ ਤੇ ਮਨ ਚੁੰਬੀ ਲਾਉਣ ਨਹੀਂ ਦਿੰਦਾ। ਆਜ ਮਲਾਵਾ ਸ਼ੇਖ ਫਰੀਦ ਟਾਂਕਮ ਕੂੰਜੜੀਆਂ, ਟਾਂਕਮ ਰੋਕੋ, ਵਾਸ਼ਨਾ ਨੂੰ ਰੋਕੋ, ਫੁਰਨਿਆਂ ਨੂੰ ਰੋਕੋ, ਇਹ ਰੁਕਦੀਆਂ ਨਹੀਂ ਹੈ। ਹਾਂਜੀ, ਆਖਣ ਸੁਣਨਾ ਪਾਉਣ ਕੀ ਬਾਣੀ, ਬੜੇ ਲੋਕੀ ਰੱਬ ਦਾ ਨਾਮ ਸੁਣਦੇ ਨੇ, ਬੜੇ ਲੋਕ ਰੱਬ ਦਾ ਨਾਮ ਧਿਆਉਂਦੇ ਨੇ, ਪਰ ਹਵਾ 'ਚ ਉੱਡੀ ਜਾਂਦਾ ਹੈ। ਕਾਰਨ ਇੰਨਾ ਸੁਣਿਆ ਗਾਵਿਆ ਕਿੱਥੇ ਜਾ ਰਿਹਾ? ਆਖਣ ਸੁਣਨਾ ਪਾਉਣ ਕੀ ਬਾਣੀ, ਕਿਉਂ ਹਵਾ 'ਚ ਉੱਡਦਾ ਜਾ ਰਿਹਾ ਹੈ? ਇਹ ਮਨ ਰੱਤਾ ਮਾਇਆ, ਇਹ ਤੇ ਮਾਇਆ ਵਿੱਚ ਬਹੁਤ ਰੱਤ ਚੁੱਕਾ ਹੈ ਮਨ, ਬਹੁਤ ਭਿੱਜ ਗਿਆ ਮਾਇਆ ਦੇ ਵਿੱਚ। ਇਹਨੂੰ ਹੁਣ ਰੱਬ ਦਾ ਤਾਂ ਕੋਈ ਖਿਆਲ ਹੀ ਨਹੀਂ ਹੈ। ਇਹ ਇਕਾਗਰ ਚਿੱਤ ਹੋ ਕੇ ਇੰਦਰੀ ਬਸ ਕਰ ਸੁਣੋ ਹਰ ਨਾਮ, ਇੰਦਰੀਆਂ ਨੂੰ ਵਸ ਕਰਕੇ ਰੱਬ ਦਾ ਨਾਮ ਸੁਣੋ, ਤੇ ਇੰਦਰੀਆਂ ਦੇ ਵਸ ਵਿੱਚ ਹੁੰਦੀਆਂ ਹੀ ਨਹੀਂ ਆ। ਗੁਰਦੁਆਰੇ ਵੀ ਜਗਣੀਆਂ ਬੁਝਣੀਆਂ ਲਾਈਆਂ ਹੁੰਦੀਆਂ ਵਾ, ਵੀ ਜੇ ਕੋਈ ਇੱਥੇ ਆ ਵੀ ਜਾਵੇ ਤਾਂ ਜਗਣੀਆਂ ਬੁਝਣੀਆਂ ਵੇਖ ਕੇ ਮੁੜ ਜੇ ਘਰ ਨੂੰ। ਪਾਲਕੀ ਉੱਤੇ ਬਲਬੀ ਬਲਬ ਤੇ ਜਗਣੀਆਂ ਬੁਝਣੀਆਂ, ਵੀ ਕੋਈ ਇਹਦੇ ਸ਼ਬਦ ਵੱਲ ਆਵੇ ਹੀ ਨਾ, ਇੱਥੇ ਜਗਣੀਆਂ ਬੁਝਣੀਆਂ ਵੇਂਦਾ ਰਵੇ ਗੁਰਦੁਆਰੇ ਵੀ ਆਣ ਕੇ। ਮੁਸਲਮਾਨ ਕੁਰਾਨ ਸ਼ਰੀਫ ਨੂੰ ਮੰਨਣ ਵਿੱਚ ਸਫਲ ਹੋ ਗਏ ਨੇ। ਸਾਰੇ ਮੁਸਲਮਾਨ ਕੁਰਾਨ ਸ਼ਰੀਫ ਮੰਨਦੇ ਨੇ ਤੇ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਤੇ ਕਰਦੇ ਨੇ, ਪਰ ਮੰਨਦੇ ਨਹੀਂ ਹੈ। ਇਸੇ ਜਪਜੀ ਸਾਹਿਬ ਅੱਗੇ ਜਾ ਕੇ ਉਹਨਾਂ ਕਿ ਮੰਨੇ ਕੀ ਗੱਤ ਕਹੀ ਨਾ ਜਾਏ, ਗੱਲ ਤੇ ਮੰਨਣ ਦੀ ਸੀ, ਮੰਨਿਆ ਤਾਂ ਹੈ ਨਹੀਂ।
ਜਿੰਨਾ ਸਤਿਕਾਰ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਕਰਦੇ ਹਾਂ, ਕੋਈ ਧਰਮ ਮਜ਼ਹਬ ਆਪਣੇ ਧਰਮ ਗ੍ਰੰਥ ਦਾ ਸਤਿਕਾਰ ਨਹੀਂ ਕਰਦਾ। ਈਸਾਈ ਬਾਈਬਲ ਨੂੰ ਮੰਨਦੇ ਨੇ, ਸਤਿਕਾਰ ਨਹੀਂ ਕਰਦੇ। ਮੁਸਲਮਾਨ ਕੁਰਾਨ ਸ਼ਰੀਫ ਨੂੰ ਮੰਨਦੇ ਨੇ, ਸਤਿਕਾਰ ਨਹੀਂ ਕਰਦੇ। ਅਸੀਂ ਕੇਵਲ ਸਤਿਕਾਰ ਹੀ ਕਰਦੇ ਹਾਂ, ਮੰਨਦੇ ਬਹੁਤ ਘੱਟ ਵਾਂ। ਹੈ ਨੇ ਵਿਰਲੇ ਨਾ ਹੀ ਥੋੜੇ, ਫੈਲ ਫਕਰ ਸੰਸਾਰ ਹੈ ਨੇ ਵਿਰਲੇ, ਜਗ में उत्तम कांडिए विरले के ਹੈ ਨੇ ਥੋੜੇ। ਮੰਨਣ ਵਾਲੇ ਵੀ ਹੈਗੇ ਨੇ ਪਰ ਥੋੜੇ ਨੇ, ਬਹੁਤੇ ਪੂਜਣ ਵਾਲੇ ਹੀ ਨੇ। ਪੂਜਾ ਕੀਜੇ ਨਾਮ ਤੇ ਆਈਏ। ਖੈਰ, ਇਹ ਫਿਰ ਜਿਹੜੀ ਮੂਲ ਮੰਤਰ ਦੀ ਇਹ ਸਾਖੀ ਹੈ, ਠੀਕ ਨਹੀਂ ਹੈ। ਕਿਉਂਕਿ ਇਹ ਜਿਹੜੇ ਸ਼ਬਦ ਨੇ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਇਹ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਭਗਤਾਂ ਨੇ ਵੀ ਵਰਤੇ ਨੇ। ਭਗਤ ਕਬੀਰ ਨੇ ਓੰਕਾਰ ਸ਼ਬਦ ਵਰਤਿਆ, ਸਤਨਾਮ ਵਰਤਿਆ ਕਬੀਰ ਸਿੰਘ। ਸਤਨਾਮ ਹੈ ਭੋਗ ਤਿਹਾਰੋ, ਭਗਤ ਰਵਿਦਾਸ ਜੀ ਨੇ ਸਤਨਾਮ ਸ਼ਬਦ ਵਰਤਿਆ। ਕਬੀਰ ਸਾਹਿਬ ਨੇ ਕਰਤਾ ਮੰਨਿਆ, ਕਰਤਾ ਪੁਰਖ। ਸਾਰੇ ਸ਼ਬਦ ਕਬੀਰ ਸਾਹਿਬ ਦੀ ਬਾਣੀ ਚੋਂ ਮਿਲ ਜਾਂਦੇ ਨੇ ਸਾਨੂੰ। ਭਗਤ ਆਪਣੇ ਬੇਣੀ ਜੀ ਕਹਿੰਦੇ ਨੇ, ਜੈਦੇਵ ਜੀ ਮਾਫ ਕਰਨਾ, ਕਿ ਪ੍ਰਮਾਦ ਪੁਰਖ, ਮਾਫ ਕਰਨਾ, ਪ੍ਰਮਾਦ, ਇੱਥੇ ਇਹਦਾ ਵਿਸ਼ਰਾਮ ਦੇਣਾ ਹੈ। ਪ੍ਰਮਾਦ ਪੁਰਖ ਮਨੋ ਪਿਮੰ, ਜਿੱਦਾਂ ਉਦੋਂ ਕੱਢਣ ਦਾ ਵੀ ਇਹ ਸ਼ਬਦ ਨਿਕਲਦਾ ਨਹੀਂ ਗਾ ਉਹਦੇ ਵਿੱਚੋਂ, ਸਰਚਰ ਚੋਂ, ਗੁਰਬਾਣੀ ਸਰਚਰ ਚੋਂ। ਇਹ ਨਿਕਲਣਾ ਇਸ ਤਰ੍ਹਾਂ, ਪ੍ਰਮਾਦ ਪੁਰਖ ਮਨੋ ਪਿਮੰ, ਅਗਲਾ ਸ਼ਬਦ ਹੈ ਪੁਰਖ ਮਨੋ ਪਿਮੰ। ਸਤ ਆਦ ਭਾਵ ਰਤੰ ਪਰਮਦ ਪੁੱਤੰ ਪਰਕ੍ਰਿਤ ਪਰੰ ਜਦ ਚਿਤ ਸਰਵਗਤੰ। ਜਿੱਥੇ ਗੁਰੂ ਨਾਨਕ ਸਾਹਿਬ ਆਦ ਸੱਚ, ਤੇ ਭਗਤ ਜੈਦੇਵ ਜੀ ਨੇ ਪ੍ਰਮਾਦ ਸਭ ਦਾ ਆਦ, ਪਰ ਮਾਦ ਪੁਰਖ ਮਨੋ ਪਿਮੰ, ਉਹ ਪੁਰਖ ਵਾ, ਸਭ ਦਾ ਆਦ ਵਾ ਤੇ ਉਹ ਪੁਰਖ ਵਾ। ਪੁਰਖ ਮਨੋ ਪਿਮੰ, ਉਸ ਦੀ ਉਪਮਾ ਨਹੀਂ ਕੀਤੀ ਜਾ ਸਕਦੀ, ਅਨੂਪਮ ਹੈ। ਪੁਰਖ ਮਨੋ ਪਿਮੰ, ਉਹ ਪੁਰਖ ਵਾ, ਵਿਆਪਕ ਵਾ। ਪੁਰੀ ਪੁਰੀ ਬਸੰਤਾ ਸਾ ਪੁਰਖਾ, ਪੁਰਖ ਦਾ ਸ਼ਬਦ ਜਿੱਥੇ ਵੀ ਆਏਗਾ ਵਿਆਪਕ। ਮਨੋ ਪਿਮੰ ਸਤ, ਉਹ ਸਦਾ ਰਹਿਣ ਵਾਲਾ ਹੈ। ਤੇ ਜਿਹੜਾ ਕੱਲ ਅਸੀਂ ਕੀਤਾ ਹੈ ਨਾਮ, ਨਾਮ ਦਾ ਕੋਈ ਅਰਥ ਨਹੀਂ ਹੈ, ਬਸ ਇਉਂ ਕਹਿ ਲਓ। ਸੁਣ ਮਨ ਅਕਥ ਕਥਾ ਹਰ ਨਾਮ, ਜਿਹੜੇ ਸਾਡੇ ਅੰਦਰ ਜੀਵਨ ਰੋ ਹੈ ਉਸ ਨੂੰ ਨਾਮ ਕਹਿੰਦੇ ਨੇ। ਜਿਹਨੂੰ ਕਹਿੰਦੇ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਾਮ ਮੈਨੇ ਜੀਵਨ ਸੱਤਾ ਸਰਬ ਚਿਤ ਗਤੰ, ਜਿਹਦੀ ਸਤਾ ਸਾਰਿਆਂ ਦੇ ਅੰਦਰ ਵਾ। ਪ੍ਰਮਾਦ ਵਿਸ਼ਰਾਮ ਦੇ ਦੇਣਾ। ਪੁਰਖ ਮਨੋ ਪਿਮੰ, ਉਹ ਪੁਰਖ ਵਾ, ਉਪਮਾ ਤੋਂ ਰਹਿਤ ਵਾ। ਸਤ ਆਦ, ਉਹ ਸਦੀਵੀ ਆ ਤੇ ਸਾਦਾ ਆਦ ਵਾ। ਸਤ ਆਦ ਭਾਵ ਰਤੰ, ਪਰ ਪ੍ਰਮਾਦ ਪੁਰਖ ਮਨੋ ਪਿਮੰ ਸਤ ਆਦ ਭਾਵ ਰਤੰ ਪਰਮਦ ਪੁੱਤੰ ਪਰਕਿਰਤੰ ਪਰਕ੍ਰਿਤ ਪਰੰ ਜਦ ਚਿਤ ਸਰਵਗਤੰ। ਜਦ ਚਿਤ, ਜਿਹਦੀ ਸਤਾ ਸਾਰਿਆਂ ਵਿੱਚ ਵਾ, ਉਸ ਨੂੰ ਨਾਮ ਕਹਿੰਦੇ ਨੇ। ਉਹ ਨਾਮ ਹੈ, ਉਸ ਨੂੰ ਜਿਹੜੀ ਸੰਗਿਆ ਦਿੱਤੀ ਗਈ ਉਹ ਨਾਮ ਦੀ ਦਿੱਤੀ ਗਈ। ਕਈ ਲੋਕ ਇਹ ਵੀ ਕਹਿੰਦੇ ਨੇ ਕਿ ਜਿਹੜਾ ਜਪਜੀ ਸਾਹਿਬ ਹੈ ਨਾ, ਇਹ ਸਿੱਧਾ ਨਾ ਗੋਸ਼ਟ ਹੋਈ ਹੈ। ਨਹੀਂ ਨਹੀਂ, ਇਹ ਸਿੱਧਾ ਨਾ ਗੋਸ਼ਟ ਨਹੀਂ ਹੈ। ਹਾਂ,
ਜਿਹੜੀ ਸਿੱਧਾ ਨਾਲ ਗੋਸ਼ਟ ਹੋਈ ਉਹਦਾ ਉਸ ਬਾਣੀ ਦਾ ਨਾਮ ਹੈ ਰਾਮਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ। ਇਹ ਸਿੱਧਾ ਨਾਲ ਗੋਸ਼ਟ ਨਹੀਂ ਹੈ। ਹਾਂ, ਇਹਦੇ ਵਿੱਚ 5 ਪੌੜੀਆਂ ਸਿੱਧਾਂ ਨੂੰ ਸਿੱਖਿਆ ਦਿੱਤੀ ਗਈ ਹੈ ਕਿ ਜੇ ਜੁਗ ਚਾਰੇ ਆਰ ਜਾਂ ਪਹਿਲੀ ਪੌੜੀ ਜੋਗੀਆਂ ਦੇ ਪ੍ਰਥਾਏ, ਮੁੰਦਾ ਸੰਤੋਖ ਦੂਸਰੀ ਪੌੜੀ ਹੈ, ਭੁਗਤ ਗਿਆਨ ਤੀਸਰੀ ਪੌੜੀ ਹੈ, ਤੇ ਚੌਥੀ ਪੌੜੀ ਹੈ ਏਕਾ ਮਾਈ ਜੁਗਤ ਵਿਆਈ, ਤੇ ਪੰਜਵੀਂ ਪੌੜੀ ਆ ਆਸਣ ਲੋਹੇ ਲੋਹੇ ਭੰਡਾਰ। ਇਹ 4 ਪੌੜੀਆਂ ਨੇ। ਆਦ ਸੱਚ ਜੁਗਾਦ ਸੱਚ, ਉਹ ਸਭ ਸਦਾ ਹੀ ਸੱਚ ਵਾ। ਆਦ ਸੱਤੇ ਜੁਗਾਦ ਸੱਤੇ ਪ੍ਰਤੱਖ ਸਦੇ ਸਦਾ ਸਦਾ ਸੱਤੇ। ਜਿਸ ਨਾਲ ਸਤ ਸ਼ਬਦ ਜੁੜ ਗਿਆ ਜਾਂ ਜਿਹਦੇ ਨਾਲ ਸੱਚ ਸ਼ਬਦ, ਸਤ ਸੱਸਾ ਤੱਤਾ ਸਤ ਤੇ ਸੱਸਾ ਚੱਚਾ ਸੱਚ, ਜਿਹਦੇ ਨਾਲ ਸਤ ਜੁੜ ਗਿਆ, ਜਿਹਦੇ ਨਾਲ ਸੱਚ ਜੁੜ ਗਿਆ, ਉਹ ਸਦੀਵੀ ਹੈ, ਉਸਦਾ ਮਤਲਬ ਹੈ। ਤਾਂ ਕਿਹਾ ਆਦ ਸੱਚ ਜੁਗਾਦ ਸੱਚ। ਉਹ ਜਦੋਂ ਯੁਗਾਂ ਦੀ ਆਰੰਭਤਾ ਹੋਈ ਹੈ ਨਾ, ਉਹ ਸੱਚ ਉਦੋਂ ਵੀ ਸੀ। ਹੈਪੀ ਸੱਚ ਹੁਣ ਵੀ ਆ, ਉਹੀ ਆ। ਮੈਂ ਉਹੀ ਰੇ ਮੈਂ ਉਹੀ ਰੇ, ਜਾਂ ਕੋ ਵੇਦ ਪ੍ਰਾਣ ਸਭ ਖੋਜੇ, ਮੈਂ ਉਹੀ ਰੇ ਮੈਂ ਉਹੀ ਰੇ। ਹਾਂਜੀ, ਜਿਹਨੂੰ ਕਹਿੰਦੇ ਬ੍ਰਹਮ ਅੰਗ ਅਸਮੀ, ਜਿਹਨੂੰ ਕਹਿੰਦੇ ਅਨਲ ਹੱਕ। ਤੇ ਮਰ ਕਹਿੰਦੇ ਆਦ ਸੱਚ ਸ਼ਬਦ ਜੁਗਾਦ ਸੱਚ ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਹੁਣ ਵੀ ਆ। ਤੇ ਜਦੋਂ ਇਹ ਪਸਾਰਾ ਨਹੀਂ ਹੋਏਗਾ, ਬਾਜੀਗਰ ਜੈਸੇ ਬਾਜੀਗਾ ਪਾਈ, ਨਾਨਾ ਪੇਖ ਰੂਪ ਦਿਖਲਾਈ, ਸਗਲ ਉਤਾਰ ਥਮਿਓ ਪਸਾਰਾ, ਤਬ ਏਕੇ ਏਕ ਓੰਕਾਰਾ। ਜਦੋਂ ਇਹ ਕੁਛ ਨਹੀਂ ਵੀ ਹੋਏਗਾ, ਨਾਨਕ ਹੋਸੀ ਉਹ ਹੋਏਗਾ। ਮੈਂ ਨਹੀਂ ਹੋਊਂਗਾ, ਧਰਤੀ ਨੂੰ ਕੁਛ ਵੀ ਨਹੀਂ ਹੋਏਗਾ। ਤੇ ਜਿੱਦਾਂ ਕਹਿੰਦੇ ਨੇ, ਮਹਾਰਾਜ ਨੇ ਉਦਾਹਰਨ ਦਿੱਤੀ ਕਿ ਬਾਜੀਗਰ ਜੈਸੇ ਬਾਜੀ ਪਾਈ। ਜਦੋਂ ਬਾਜੀਗਰ ਆਉਂਦੇ ਨੇ ਪਿੰਡਾਂ ਵਿੱਚ, ਬਾਜੀਆਂ ਪਾਉਂਦੇ ਨੇ, ਮਦਾਰੀ ਆਉਂਦੇ ਨੇ, ਖੇਡਾਂ ਖੇਡਦੇ ਨੇ ਤੇ ਬੜਾ ਕੁਛ ਕਰਦੇ ਨੇ। ਉਹ ਪੈਸੇ ਬਣਾਈ ਜਾਂਦੇ ਨੇ, ਸੋਨਾ ਬਣਾਈ ਜਾਂਦੇ ਨੇ, ਚਾਂਦੀ ਬਣਾਈ ਜਾਂਦੇ ਨੇ, ਲੱਡੂ ਬਣਾਈ ਜਾਂਦੇ ਨੇ, ਬੜਾ ਕੁਛ ਬਣਾਉਂਦੇ ਨੇ ਮਦਾਰੀ। ਤੇ ਜਦੋਂ ਤੁਰਨ ਲੱਗਦੇ ਨੇ ਨਾ, ਖਾਲੀ ਝੋਲਾ ਮੋਢੇ ਤੇ ਪਾ ਕੇ ਤੁਰ ਜਾਂਦੇ ਨੇ, ਕੁਛ ਹੁੰਦਾ ਨਹੀਂ ਉਹਨਾਂ ਕੋਲ। ਇੰਨੇ ਪੈਸੇ ਬਣਾਏ, ਇੰਨਾ ਚਾਂਦੀ ਬਣਾਈ, ਇੰਨਾ ਸੋਨਾ ਬਣਾਇਆ, ਇੰਨੇ ਲੱਡੂ ਬਣਾਏ, ਕਿੱਥੇ ਗਏ? ਕੱਖ ਵੀ ਨਹੀਂ ਸੀ। ਉਹ ਤਾਂ ਖੇਡ ਸੀ। ਇਤਨਾ ਵੱਡਾ ਸੰਸਾਰ ਰੱਬ ਨੇ ਰਚਿਆ, ਤੇ ਕਿਸੇ ਨੇ ਪੁੱਛਿਆ ਕਿਉਂ ਰਚਿਆ? ਕਹਿਣ ਲੱਗੇ ਖੇਡ ਵਾਇਦਾ, ਜਿੱਦਣ ਮੁੱਕਣਾ ਕੁਛ ਵੀ ਨਹੀਂ ਹੈ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥਮਿਓ ਪਸਾਰਾ, ਤਬ ਏਕ ਏਕ ਓੰਕਾਰਾ। ਜਦੋਂ ਕੁਛ ਵੀ ਨਹੀਂ ਹੋਏਗਾ, ਉਦੋਂ ਫਿਰ ਉਹੀ ਹੋਏਗਾ। ਕੁਛ ਵੀ ਨਹੀਂ ਹੋਏਗਾ। ਜਦੋਂ ਕੁਛ ਵੀ ਨਹੀਂ ਸੀ, ਉਦੋਂ ਵੀ ਉਹ ਸੀ, ਆਦ ਸੀ, ਉਹ ਆਦ ਸੱਚ ਸੀ। ਤੇ ਜਦੋਂ ਸੰਸਾਰ ਦੀ ਆਰੰਭਤਾ ਹੋ ਗਈ, ਉਹ ਜੁਗਾਦ ਸੱਚ, ਉਹ ਸੱਚ ਹੀ ਰਿਹਾ ਹੈ। ਇਹ ਨਹੀਂ ਵੀ ਜੇ ਯੁੱਗ ਮੁੱਕਦੇ ਜਾਂਦੇ ਨੇ, ਸਮਾਂ ਮੁੱਕਦਾ ਜਾਂਦਾ ਹੈ, ਤੇ ਇਹਦਾ ਮਤਲਬ ਇਹ ਨਹੀਂ ਕਿ ਰੱਬ ਵੀ ਮੁੱਕਦਾ ਜਾਂਦਾ ਹੈ। ਉਹ ਸੱਚ ਹੀ ਹੈ। ਨਾਨਕ ਹੋਸੀ ਪੀ ਸੱਚ, ਉਹ ਹੁਣ ਵੀ ਆ। ਜਦੋਂ ਕੁਛ ਨਹੀਂ ਨਹੀਂਗਾ, ਉਦੋਂ ਵੀ ਹੋਏਗਾ। ਅਗਲੀ ਜਿਹੜਾ ਬਚਨ ਹੈ ਉਹ ਜਪ ਵਾ। ਤੇ ਇਸ ਬਾਣੀ ਦਾ ਗੁਰੂ ਨਾਨਕ ਸਾਹਿਬ ਨੇ ਖੁਦ ਆਪ ਨਾਮ ਰੱਖਿਆ ਜਪ, ਜਿਹਨੂੰ ਅਸੀਂ ਕਹਿੰਦੇ ਜਪਜੀ ਸਾਹਿਬ। ਹਾਲਾਂਕਿ ਨਾਂ ਜਪਜੀ ਸਾਹਿਬ ਨਹੀਂ ਹੈ। ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ, ਨਾਨਕ ਹੋਸੀ ਪੀ ਸੱਚ।
ਇਹ ਗੁਰੂ ਨਾਨਕ ਸਾਹਿਬ ਨੇ ਇਸ ਬਾਣੀ ਦਾ ਨਾਂ ਜਪ ਇਸ ਕਰਕੇ ਰੱਖਿਆ ਕਿ ਇਸ ਨੂੰ ਜਪਣ ਦਾ ਹੁਕਮ ਕੀਤਾ ਹੈ ਗੁਰੂ ਨਾਨਕ ਸਾਹਿਬ ਨੇ। ਤੇ ਗੁਰੂ ਨਾਨਕ ਸਾਹਿਬ ਨੇ, ਕੱਲ ਨੂੰ ਆਪਾਂ ਸਾਖੀ ਸੁਣਾਵਾਂਗੇ, ਜਪਜੀ ਸਾਹਿਬ ਨੂੰ ਪੜ੍ਹਨ ਦਾ ਕਿੰਨਾ ਕੁ ਫਲ ਵਾ। ਮਰ ਕਹਿੰਦੇ ਹੋਏ ਸਿੱਖ ਜਪ ਕੰਠ ਨਾ ਕੀਨੋ, ਇਹ ਕਰਤਾਰਪੁਰ ਸਾਹਿਬ ਦਾ ਬਚਨ ਵਾ। ਜਿਹੜਾ ਸਿੱਖ ਹੋ ਕੇ ਬਾਣੀ ਨੂੰ ਕੰਠ ਨਹੀਂ ਕਰਦਾ, ਜਿਹਨੂੰ ਜਪਜੀ ਸਾਹਿਬ ਕੰਠ ਨਹੀਂ ਹੈ, ਹੋਏ ਸਿੱਖ ਜਪ ਕੰਠ ਨਾ ਕੀਨੋ, ਬੰਨੀ ਫਿਰੇ ਵੱਡੀਆਂ ਪੱਗਾਂ, ਪਾਈ ਫਿਰੇ ਕਿਰਪਾਨਾਂ ਤੇ ਆਖੀ ਫਿਰੇ ਮੈਂ ਬਹੁਤ ਹੀ ਵੱਡਾ ਹੀ ਸਿੱਖ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਨਾ, ਹੋਏ ਸਿੱਖ ਜਪ ਕੰਠ ਨਾ ਕੀਨੋ, ਨਾਮ ਧਰੀਕ ਭੇਖ ਧਾਰ ਲੀਨੋ। ਉਹ ਭੇਖੀ ਸਿੱਖ ਹੋ ਸਕਦਾ ਜਿਹਨੂੰ ਜਪਜੀ ਸਾਹਿਬ ਕੰਠ ਨਹੀਂ ਹੈ। ਨਾ ਉਹ ਨਾਮ ਦਾ ਤਰੀਕ ਹੋ ਸਕਦਾ, ਨਾਮ ਤਰੀਕ ਹੋ ਸਕਦਾ ਹੈ, ਸਿੱਖ ਨਹੀਂ ਹੋ ਸਕਦਾ ਜਿਹਨੂੰ ਜਪਜੀ ਸਾਹਿਬ ਯਾਦ ਨਹੀਂ ਹੈ। ਇਸ ਕਰਕੇ ਇਹਦਾ ਨਾਂ ਜਪ ਰੱਖਿਆ। ਗੁਰੂ ਹਰਿਰਾਏ ਸਾਹਿਬ ਨੂੰ ਕਿਸੇ ਨੇ ਪੁੱਛਿਆ, ਮਹਾਰਾਜ ਇਹ ਅਸੀਂ ਤੁਹਾਡਾ ਹੁਕਮ ਮੰਨਦਿਆਂ ਹੋਇਆ ਜਪਜੀ ਸਾਹਿਬ ਦਾ ਪਾਠ ਰੋਜ਼ ਕਰਦੇ ਹਾਂ, ਸੋ ਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪ ਉਚਾਰਾ। ਇਹ ਜਪਜੀ ਸਾਹਿਬ ਦਾ ਪਾਠ ਧੰਨ ਬਾਬਾ ਬੁੱਢਾ ਜੀ ਕਰਤਾਰਪੁਰ ਸਾਹਿਬ ਸੰਗਤਾਂ ਨੂੰ ਸਵੇਰੇ ਉੱਠ ਕੇ ਰੋਜ਼ ਸੁਣਾਉਂਦੇ ਹੁੰਦੇ ਸਨ। ਇਹ ਪਰੰਪਰਾ ਸਾਡੀ ਜਪਜੀ ਸਾਹਿਬ। ਜਿਹੜੀਆਂ ਪੁਰਾਤਨ ਪੰਜ ਬਾਣੀਆਂ ਸਾਡੀਆਂ ਅਸਲੀ ਪੰਜ ਬਾਣੀਆਂ ਸੀ, ਉਹ ਜਪਜੀ ਸਾਹਿਬ, ਆਸਾ ਦੀ ਵਾਰ, ਦੱਖਣੀ ਓਂਕਾਰ, ਸਿੱਧ ਗੋਸ਼ਟ ਤੇ ਆਨੰਦ ਸਾਹਿਬ, ਇਹ ਸਾਡੀਆਂ ਪੰਜ ਬਾਣੀਆਂ ਵਾ ਜਿਹੜੀਆਂ ਗੁਰੂ ਗ੍ਰੰਥ ਸਾਹਿਬ 'ਚ ਲਿਖੀਆਂ ਹੋਈਆਂ ਨੇ। ਠੀਕ ਆ, ਅਸੀਂ ਹੋਰ ਪੰਜ ਬਾਣੀਆਂ ਪੜ੍ਹਨ ਲੱਗ ਪਏ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ, ਵੱਖਰੀ ਗੱਲ ਹੈ। ਪੁਰਾਤਨ ਤੁਹਾਨੂੰ ਪੋਥੀਆਂ ਮਿਲਣਗੀਆਂ ਪੰਜ ਗ੍ਰੰਥੀ। ਅਸੀਂ ਸੁਣਦੇ ਹੁੰਦੇ ਸੀ ਕਿ ਪੰਜ ਗ੍ਰੰਥੀ, ਫਲਾਣੇ ਬੰਦੇ ਨੂੰ ਪੰਜ ਗ੍ਰੰਥੀ ਆਉਂਦੀ ਆ, ਤੇ ਪਤਾ ਨਹੀਂ ਹੁੰਦਾ ਪੰਜ ਗ੍ਰੰਥੀ ਕਹਿੰਦੇ ਕਿਹਨੂੰ ਆ। ਪੰਜ ਗ੍ਰੰਥੀ ਕਹਿੰਦੇ ਨੇ ਜਿਹਦੇ ਵਿੱਚ ਪੰਜ ਬਾਣੀਆਂ ਆਉਣ। ਉਹ ਕਿਹੜੀਆਂ ਪੰਜ ਬਾਣੀਆਂ? ਪੁਰਾਣੀਆਂ ਪੋਥੀਆਂ ਵੇਖ ਲੈਣੀਆਂ, ਉਹ 'ਚੋਂ ਹੈਗੀਆਂ ਵਾ। ਪਹਿਲੀ ਆ ਜਪਜੀ, ਦੂਜਾ ਆਸਾ ਦੀ ਵਾਰ, ਤੀਸਰੀ ਆ ਦੱਖਣੀ ਓਂਕਾਰ, ਚੌਥੀ ਸਿੱਧ ਗੋਸ਼ਟ ਤੇ ਪੰਜਵੀਂ ਹੈਗੀ ਆ ਆਨੰਦ ਸਾਹਿਬ। ਉਹ ਗੁਰੂ ਹਰਿਰਾਏ ਸਾਹਿਬ ਨੂੰ ਕਹਿਣ ਲੱਗੇ ਸੰਗਤਾਂ ਕਿ ਪਾਠ ਕਰੇ ਹਮ ਨਿਤ ਗੁਰਬਾਣੀ। ਤੁਹਾਡਾ ਹੁਕਮ ਮੰਨਦੇ ਅਸੀਂ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਹਾਂ ਤੇ ਇਹ ਜਪਜੀ ਸਾਹਿਬ ਦਾ ਪਾਠ ਅਸੀਂ ਕਰਦੇ ਹਾਂ, ਕਿਉਂਕਿ ਇਹਦਾ ਨਾਂ ਹੀ ਜਪ ਵਾ। जपो ता एको नामा, ये बाणी नाम है। इस बाणी वरती इस जग में, इस बाणी ते हर नाम पाएंदा। कहते माँ तो बिना पुत नहीं हो सकता, ते जपजी साहब तो बिना नाम नहीं हो सकता। दुध तो बिना मक्खन नहीं हो सकता, ते जपजी साहब तो बिना तत नहीं हो सकता बंदे दे कोल। किरतम नाम कथे तेरे जेबा, सत नाम तेरा परापूर बला। बाकी किरतम नाम ने, जिहड़ा सच नाम है, आद सच जुगाद सच, ये मुढ़ तो ही रब दा नाम चलिया आउंदे आ। बाकी लोगों ने उन्होंने रमिया वेख के कहता राम है, हाँ जी, उन्होंने दयाल वेख के कहता वो दयालु है, वो कृपालु आ। पर सतनाम तेरा परापूर बला, किरतम नाम कथे तेरे जेबा। वो सिख कहन लगे महाराज सच्चे पातशाह नूं कि पाठ करे हम नित गुरबाणी। असी पाठ करी जाने आ, अर्थ विचार न कछहू जानी। सानू ये मूल मंत्र दे अर्थां दा पता नहीं है, सानू जपजी साहब दे अर्थां दा पता नहीं है, असी पाठ करी जाने आ। क्योंकि मैं कल भी कहा सी कि बाणी जिहड़ी आ इहदा पाठ भी करना है, इहदा कीर्तन भी करना है, इहदी कथा भी करनी है, ते इहदा जप भी करना है। पाठ करना गुटका लेके,
ਜਪ ਕਰਨਾ, ਇਸ ਤਰ੍ਹਾਂ ਕੰਠ ਕੀਤੀ ਬਾਣੀ ਨੂੰ ਪੜ੍ਹਨਾ ਅੰਤਰ ਧਿਆਨ ਹੋ ਕੇ, ਇਹਨੂੰ ਕਹਿੰਦੇ ਜਪ ਕਰਨਾ। ਸਾਜ਼ਾਂ ਦੁਆਰਾ ਇਸ ਦਾ ਕੀਰਤਨ ਕਰਨਾ, ਤੇ ਚੌਥਾ ਵਾਂ ਕਿ ਇਹਦੀ ਕਥਾ ਕਰਨੀ। ਦਸਵੇਂ ਪਾਤਸ਼ਾਹ ਨੇ ਹੁਕਮ ਕੀਤਾ ਸੀ ਕਿ ਗੁਰਬਾਣੀ ਦੇ ਅਰਥ ਗੁਰੂ ਘਰ ਕੇ ਵਿਦਵਾਨ ਸਿੱਖਾਂ ਕੋਲੋਂ ਸਿੱਖਣੇ ਤੇ ਸੁਣਨੇ। ਇਹ ਮਹਾਰਾਜ ਦਾ ਦਸਵੇਂ ਪਾਤਸ਼ਾਹ ਦਾ ਹੁਕਮ ਹੈ। ਦਸਵੇਂ ਪਾਤਸ਼ਾਹ ਨੇ ਆਪ ਸਾਰੀ ਕਥਾ ਕੀਤੀ ਦਮਦਮਾ ਸਾਹਿਬ, ਤੇ ਨਾਲ ਸਿੱਖ ਨੂੰ ਹੁਕਮ ਲਾਇਆ ਵੀ ਗੁਰਬਾਣੀ ਦੇ ਅਰਥ ਵਿਦਵਾਨਾਂ ਕੋਲੋਂ ਸਿੱਖਣੇ। ਤੇ ਉਹ ਕਹਿਣ ਲੱਗੇ, ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਵਿਚਾਰਨ ਕਛੂ ਜਾਣੀ। ਜੋ ਮਾਰਗ ਗੁਰ ਸ਼ਬਦ ਬਤਾਵੇ, ਸੋਨਾ ਹਮ ਤੇ ਜਾਤ ਕਮਾਵੇ। ਜਿਹੜਾ ਰਾਹ ਸਾਨੂੰ ਇਹ ਬਾਣੀ ਦੱਸ ਰਹੀ ਹੈ, ਸਾਡੇ ਕੋਲ ਚੱਲਿਆ ਨਹੀਂ ਜਾ ਰਿਹਾ, ਤੇ ਜਿਹੜਾ ਅਸੀਂ ਪਾਠ ਕਰਦੇ ਹਾਂ ਇਹਦੇ ਅਰਥਾਂ ਦਾ ਸਾਨੂੰ ਪਤਾ ਨਹੀਂ ਹੈ। ਤੇ ਮਹਾਰਾਜ ਸਤਵੇਂ ਪਾਤਸ਼ਾਹ ਤੁਰੇ ਜਾਂਦੇ ਸੀ, ਤੇ ਤੁਰਿਆ ਜਾਂਦਿਆਂ ਰਾਹ ਵਿੱਚ ਇੱਕ ਨਾ ਟੁੱਟਾ ਹੋਇਆ ਭਾਂਡਾ ਮਿੱਟੀ ਦਾ ਉਹ ਦਿਖ ਪਿਆ। ਤੇ ਮਹਾਰਾਜ ਕਹਿੰਦੇ, ਉਹ ਭਾਂਡਾ ਫੜ ਕੇ ਲਿਆਓ ਜਿਹੜਾ ਟੁੱਟਾ ਹੋਇਆ ਵਾ। ਜੋ ਚੀਕੰਤਾ ਰਹੇ ਠੀਕਰ ਮਾਹੇ। ਉਹ ਜਿਹੜਾ ਭਾਂਡਾ ਜਦੋਂ ਟੁੱਟਣ ਤੋਂ ਪਹਿਲਾਂ ਕਿਸੇ ਦੇ ਘਰ ਵਿੱਚ ਰਹਿੰਦਾ ਸੀ, ਤੇ ਉਹਨਾਂ ਨੇ ਉਹਦੇ ਵਿੱਚ ਘਿਓ ਪਾ ਕੇ ਰੱਖਿਆ ਹੁੰਦਾ ਸੀ। ਤੇ ਮਹਾਰਾਜ ਕਹਿੰਦੇ, ਉਹਦੀ ਥੰਧਿਆਈ, ਉਹਦੀ ਚਿਕੰਤਾ ਵੇਖ ਲਓ। ਭਾਂਡਾ ਟੁੱਟ ਗਿਆ, ਮਿੱਟੀ 'ਚ ਪਿਆ ਹੋਇਆ ਵਾ, ਪਰ ਅੰਦਰੋਂ ਥੰਧਿਆਈ ਨਹੀਂ ਨਾ ਗਈ। ਇਹ ਮਹਾਰਾਜ ਕਹਿੰਦੇ, ਜੋ ਚਿਕੰਤਾ ਰਹੇ ਠੀਕਰ ਮਾਹੀ, ਤਿਉ ਗੁਰਬਾਣੀ ਰਹੇ ਮਨ ਮਾਹੀ। ਤੁਹਾਨੂੰ ਅਰਥ ਨਹੀਂ ਆਉਂਦੇ, ਕੋਈ ਗੱਲ ਨਹੀਂ ਹੈ। ਤੁਹਾਡੇ ਕੋਲ ਨਹੀਂ ਵੀ ਪੂਰਨ ਤੌਰ ਤੇ ਗੁਰੂ ਦੇ ਰਾਹ ਤੇ ਤੁਰਿਆ ਜਾਂਦਾ, ਤੇ ਕੋਈ ਗੱਲ ਨਹੀਂ ਹੈ। ਮਨ ਡੱਕੇ ਡਾਵਾਂ ਡੋਲ ਹੁੰਦਾ ਹੈ, ਕੋਈ ਗੱਲ ਨਹੀਂ ਹੈ। ਪਰ ਸਤਵੇਂ ਪਾਤਸ਼ਾਹ ਕਹਿੰਦੇ, ਬਾਣੀ ਨਹੀਂ ਪੜ੍ਹਨੀ ਹਟਣਾ, ਬਾਣੀ ਪੜ੍ਹਦੇ ਹੀ ਰਹਿਣਾ ਹੈ। ਬਾਣੀ ਨੇ ਆਪਣੇ ਆਪ ਹੀ ਅੰਦਰ ਥੰਧਿਆਈ ਵਰਤ ਦੇਣੀ ਹੈ। ਬਾਣੀ ਨੇ ਆਪਣੇ ਆਪ ਹੀ ਅੰਦਰ ਨੂੰ ਠੰਡਿਆ ਕਰ ਦੇਣਾ। ਤੁਸੀਂ ਬਾਣੀ ਪੜ੍ਹਦੇ ਰਹੋ ਜੀ। ਤੇ ਲਓ, ਇੱਥੋਂ ਤੱਕ ਸਾਡਾ ਸੀ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਤੇ ਅਗਲੀ ਜਿਹੜੀ ਤੁਕ ਵਾ ਨਾ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਹੁੰਦੀ ਆ, ਹੁਣ ਐਸ ਤੁਕ ਤੋਂ ਹੁੰਦੀ ਹੈ ਕਿ ਸੋਚੇ ਸੋਚ ਨਾ ਹੋਵਈ। ਜਿਹੜੇ ਰੱਬ ਨੂੰ ਪਾਉਣ ਦੇ ਰਾਹ ਦੱਸੇ ਸੀ, ਜਾਂ ਜਿਹੜੇ ਧਰਮੀ ਲੋਕਾਂ ਨੇ ਰਾਹ ਅਪਣਾ ਲਏ ਸੀ, ਉਹਨਾਂ ਦਾ ਮਹਾਰਾਜ ਜ਼ਿਕਰ ਕਰਦੇ ਨੇ। ਤੇ ਉਹਨਾਂ ਰਾਹਾਂ ਦੇ ਵਿੱਚੋਂ, ਉਹਨਾਂ ਮਰਜ਼ਾਦਾਂ ਦੇ ਵਿੱਚੋਂ ਇੱਕ ਪਹਿਲਾ ਲੋਕਾਂ ਨੇ ਰਾਹ ਅਪਣਾਇਆ ਵੀ ਸੁਚਮਤਾ ਰੱਖੋ, ਕਰੇ ਸੋਮ ਪਾਕਾ, ਹਿਰੇ ਪਰ ਦਰਬਾ। ਇੱਕ ਮਰਜ਼ਾਦਾ ਸੀ ਕਿ ਆਪਣੇ ਆਪ ਨੂੰ ਸੁੱਚਿਆ ਰੱਖੋ। ਅਸੀਂ ਇਸ ਭਾਂਡੇ ਵਿੱਚ ਖਾਂਦੇ ਹਾਂ, ਦੂਜੇ 'ਚ ਅਸੀਂ ਖਾਂਦੇ ਨਹੀਂ। ਅਸੀਂ ਆਪਣਾ ਪਕਾ ਕੇ ਖਾਂਦੇ, ਕਿਸੇ ਕੋ ਖਾਂਦੇ ਹੀ ਨਹੀਂ। ਅਸੀਂ ਇਹ ਬੜੀ ਪੁਰਾਣੀ ਪਰੰਪਰਾ ਸੀ, ਰੂੜੀਵਾਦੀ ਧਾਰਨਾਵਾਂ ਸੀ, ਜੋ ਸਾਡੇ ਵਿੱਚ ਹੀ ਵੜ ਗਈਆਂ ਨੇ। ਅਸੀਂ ਅੰਮ੍ਰਿਤਧਾਰੀ ਤੋਂ ਬਿਨਾਂ ਅਸੀਂ ਕਿਸੇ ਦੇ ਘਰੋਂ ਖਾਂਦੇ ਨਹੀਂ, ਕਿਸੇ ਕੋ ਖਾਂਦੇ ਹੀ ਨਹੀਂ। ਤੇ ਗੁਰੂ ਨਾਨਕ ਸਾਹਿਬ ਨੇ 4 ਘੰਟਾਂ ਦਾ ਪਰਮਣ ਕੀਤਾ। ਭਾਈ ਲਾਲੋ ਨੇ ਅੰਮ੍ਰਿਤ ਛਕਿਆ ਸੀ, ਬਾਬਾ ਨਾਨਕ ਉਹਦੇ ਘਰ ਬੈਠੇ ਰੋਟੀ ਖਾਂਦੇ ਨੇ। ਗੁਰੂ ਗੋਬਿੰਦ ਸਿੰਘ ਗਨੀ ਖਾਨ ਨਬੀ ਖਾਨ ਦੇ ਘਰ ਬੈਠੇ ਭੋਜਨ ਛਕਦੇ ਨੇ ਕਿ ਗਨੀ ਖਾਨ ਨਬੀ ਖਾਨ ਨੇ ਅੰਮ੍ਰਿਤ ਛਕਿਆ ਸੀ। ਇਹ ਪਤਾ ਨਹੀਂ ਕਿੱਥੋਂ ਪਰੰਪਰਾਵਾਂ ਲੈ ਆਉਂਦੇ ਨੇ ਲੋਕ। ਤੇ ਜੇ ਕਹਿੰਦੇ ਸਾਡੀ ਸੰਪਰਦਾ ਕੋ ਅੰਮ੍ਰਿਤ ਛਕਿਆ ਸੀ, ਉਹਦੇ ਕੋਈ ਪ੍ਰਸ਼ਾਦਾ ਲੈ ਕੇ ਛਕ ਸਕਦੇ, ਦੂਜੇ ਕੋ ਅੰਮ੍ਰਿਤ ਦੇ ਨੇ ਛਕਿਆ, ਭਾਵੇਂ ਉਹ ਤੋਂ ਲੈਣਾ ਹੀ ਨਹੀਂ ਅਸੀਂ। ਇਹ ਇੱਕ ਰੂੜੀਵਾਦੀ ਪਰੰਪਰਾ ਸੀ, ਆਪਣੇ ਆਪ ਨੂੰ ਸੁੱਚਿਆ ਰੱਖੋ। ਤੇ ਮਰ ਕਹਿੰਦੇ, ਸੋਚੇ ਸੋਚ ਨਾ ਹੋਵਈ। ਤੂੰ ਕਰੀ ਜਾ ਸੁਚਮਤਾ ਆਪਣੇ ਆਪ ਨੂੰ, ਧੋਈ ਜਾ, ਨਹਾਈ ਜਾ,
ਮਹਾਰਾਜ ਕਹਿੰਦੇ ਸੁੱਚ ਤੇ ਹੋਣਾ ਹੀ ਨਹੀਂ ਹੈ। ਸੋਚੈ ਸੋਚੇ ਮੈਨ ਉਹ ਨਹੀਂ ਵੀ ਜਿਹੜੀ ਵੀ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸਹੀ, ਉਹ ਨਹੀਂ ਸੋਚ ਨਹੀਂ। ਕਹਿੰਦਾ ਬੰਦਾ ਫਲਾਨਾ ਬੰਦਾ ਬੜਾ ਸੋਚਦਾ ਹੈ, ਉਹ ਨਹੀਂ ਹੈ। ਤੇ ਫਲਾਨਾ ਬੜਾ ਬੰਦਾ ਸੁੱਚਾ ਰਹਿੰਦਾ ਹੈ, ਉਹ ਸੁੱਚੇ ਤੋਂ ਸ਼ਬਦ ਸੋਚ ਆਇਆ ਹੈ, ਸੋਚ ਇਸ਼ਨਾਨ। ਪਰ ਕਹਿੰਦੇ ਸੋਚੇ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਇੱਕ ਦੋ ਵਾਰੀ ਨਹੀਂ, ਤੂੰ ਲੱਖਾਂ ਵਾਰੀ ਦਿਹਾੜੀ ਦੀ ਸੋਚ ਕਰ ਲੈ, ਸੁੱਚਿਆ ਹੋਇਆ ਹੀ ਨਹੀਂ ਜਾਣਾ। ਮੂੰਹ ਗੰਦਾ ਹੈ, ਭਾਵੇਂ ਬੁਰਸ਼ ਵੀ ਕਰ ਲੋ, ਗੰਦੇ ਦਾ ਗੰਦਾ ਰਹਿੰਦਾ ਮੂੰਹ ਤਾਂ। ਨੇਤਰਾਂ ਵਿੱਚ ਗੰਦ ਹੈ, ਆ ਨੱਕ ਵਿੱਚੋਂ ਗੰਦ ਵਗਦਾ ਹੈ, ਅੱਖਾਂ ਵਿੱਚੋਂ ਗੰਦ ਵਗਦਾ ਹੈ। ਨਵੇਂ ਛੇਦ ਸਰਵੇ ਅਪਵਿੱਤਰਾ। ਸਾਡੇ 9 ਅੰਗ ਨੇ ਸਰੀਰ ਦੇ, 9 ਛਿਦਰ ਨੇ, 9 ਸਰਾਖ ਨੇ, ਤੇ 9 ਵਿੱਚੋਂ ਗੰਦ ਵਗਦਾ ਹੈ। ਤੇ ਇੱਕ ਵਿੱਚੋਂ ਕੋਈ ਚੱਜ ਦਾ ਚੀਜ਼ ਨਹੀਂ ਨਿਕਲਦੀ, ਗੰਦ ਹੀ ਨਿਕਲਦਾ। ਤੇ ਫਿਰ ਕਿਵੇਂ ਪਵਿੱਤਰਤਾ ਹੋ ਸਕਦੀ ਹੈ? ਮਹਾਰਾਜ ਕਹਿੰਦੇ ਇਸ ਤਰ੍ਹਾਂ ਨਹੀਂ ਹੋਣਾ ਜਿੱਦਾਂ ਤੁਸੀਂ ਪਏ ਕਰਦੇ ਹੋ। ਇੱਕ ਇਹ ਤਰੀਕਾ ਸੀ ਕਿ ਆਪਣੇ ਆਪ ਨੂੰ ਸੁੱਚਿਆਂ ਰੱਖੋ, ਪਹਿਲਾਂ ਟੂਟੀਆਂ ਨੂੰ ਮਾਂਜੋ, ਫਿਰ ਹੱਥਾਂ ਨੂੰ ਮਾਂਜੋ। ਹਾਂਜੀ, ਜੇ ਜੰਗਲ ਪਾਣੀ ਚਲ ਗਏ ਤੇ ਫੇਰ ਆਣ ਕੇ ਨਹਾਉਣਾ ਸ਼ੁਰੂ ਕਰ ਦਿਓ। ਇਹ ਬੜੀ ਇਸ ਤਰ੍ਹਾਂ ਚੱਲਦਾ ਸੀ ਧਰਤੀ ਉੱਤੇ। ਪਰ ਕਹਿੰਦੇ ਨਾ, ਇਸ ਤਰ੍ਹਾਂ ਸੱਚ ਦੀ ਪ੍ਰਾਪਤੀ ਨਹੀਂ। ਇਸ ਤਰ੍ਹਾਂ ਹਾਂ, ਲੋਕੀ ਤੇ ਕਹਿ ਸਕਦੇ ਨੇ ਬੜਾ ਬੰਦਾ ਸੁੱਚਾ ਹੈ, ਇਸ਼ਨਾਨ ਕਰਦਾ ਹੈ, ਬੜਾ ਸੁੱਚਾ ਹੈ। ਮਹਾਰਾਜ ਕਹਿੰਦੇ ਇਹ ਸੁੱਚਮਤਾ ਲੋਕਾਂ ਨੂੰ ਦਿਖਦੀ ਹੈ, ਪਰ ਤੇਰੇ ਮੈਲ ਤਾਂ ਅੰਦਰ ਵਾ। ਗੰਦਾ ਤੇ ਮਨ ਵਾ, ਤਨ ਤੇ ਗੰਦਾ ਹੀ ਨਹੀਂ ਹੈ। ਮੈਲ ਤੇ ਮਨ ਤੇ ਲੱਗੀ ਹੋਈ ਹੈ, ਅੰਤਰ ਮੈਲ ਲੱਗੀ ਨਹੀਂ ਜਾਣੇ, ਬਾਹਰੋਂ ਮਲ ਧੋਵੇਂ। ਹਾਂਜੀ, ਇਸ ਕਰਕੇ ਮਹਾਰਾਜ ਕਹਿੰਦੇ ਇਹ ਤਰੀਕਾ ਠੀਕ ਨਹੀਂ ਹੈ। ਵੇਖੋ, ਗੁਰੂ ਗ੍ਰੰਥ ਸਾਹਿਬ ਸਭ ਤੋਂ ਪਹਿਲਾਂ ਹੀ ਬਚਨ ਮਾਂ ਵੀ ਤੈਨੂੰ ਨਹਾਇਆ ਕਿ ਤੇਰੀ ਗੱਲ ਨਹੀਂ ਬਣਨੀ, ਨਹਾਇਆ ਰੱਬ ਨਹੀਂ ਮਿਲਣਾ। ਜੇ ਰੱਬ ਮਿਲਦਾ ਨਾਤਿਆਂ ਧੋਤਿਆਂ ਤਾਂ ਮਿਲਦਾ ਡੱਡੀਆਂ ਮੱਛੀਆਂ। ਹਾਂਜੀ, ਜਲ ਕੇ ਮੰਜਣ ਜੇ ਗਤ ਹੋਵੇ। ਇਸ ਦਾ ਇਹ ਮਤਲਬ ਨਹੀਂ ਵੀ ਸਾਨੂੰ ਨਹਾਉਣ ਤੋਂ ਰੋਕਿਆ ਗਿਆ ਤੇ ਦਲਿਦਰੀ ਕਹਿਣ ਵੀ ਬਾਣੀ ਕਹਿੰਦੀ ਨਹਾਉਣਾ ਹੀ ਨਹੀਂ ਗਾ। ਨਹੀਂ, ਨਹਾਉਣਾ ਬੜਾ ਜ਼ਰੂਰੀ ਹੈ, ਇਹ ਸਰੀਰ ਵਾਸਤੇ ਹੈ। ਪਰ ਕੋਈ ਨਹਾ ਕੇ ਆਖੇ ਸੁੱਚੇ ਨਾ ਆਖੀਏ, ਬਹਿਣ ਜੇ ਪਿੰਡਾ ਧੋਏ। ਸੁੱਚੇ ਨਹੀਂ ਇਸ ਤਰ੍ਹਾਂ ਹੋਇਆ ਜਾਣਾ। ਸਫਾਈ ਤਾਂ ਹੋ ਸਕਦੀ ਹੈ, ਸੁੱਚੇ ਨਹੀਂ ਇਸ ਤਰ੍ਹਾਂ ਹੋਇਆ ਜਾਂਦਾ। ਜਲ ਕੇ ਮੰਜਣ ਜੇ ਗਤ ਨਾ ਆਵੇ, ਕੋ ਪੰਡਤ ਸੂਚਾ ਕਮ ਨ ਠਾਓ। ਕਬੀਰ ਸਾਹਿਬ ਦੇ ਕੋਲ ਕੋਈ ਆ ਗਿਆ ਤੇ ਕਬੀਰ ਸਾਹਿਬ ਆਪਣਾ ਕਿਰਤ ਕਰਦਿਆਂ ਰੋਟੀ ਖਾਣ ਲੱਗ ਪਏ। ਰੋਟੀ ਉੱਥੇ ਖੱਡੀ ਤੇ ਬਹਿ ਕੇ ਰੋਟੀ ਖਾਣ ਲੱਗ ਪਏ। ਤੇ ਪੰਡਤ ਆ ਗਿਆ, ਕਹਿਣ ਲੱਗਾ, ਉਹ ਤੈਨੂੰ ਕੋਈ ਰੋਟੀ ਖਾਣ ਦੀ ਵੀ ਜਾਚ ਨਹੀਂ ਹੈ? ਕਹਿ ਲੱਗੇ ਕੀ ਗੱਲ ਹੈ? ਕਹਿੰਦੇ ਕੋਈ ਸੁੱਚੇ ਥਾਂ ਤੇ ਰੋਟੀ ਬਹਿ ਕੇ ਖਾਈ ਦੀ ਹੁੰਦੀ ਹੈ, ਤੂੰ ਕਿੱਥੇ ਬੈਠਾ ਰੋਟੀ ਖਾਣ ਦੇ? ਇਹ ਸੁੱਚਾ ਥਾਂ ਹੀ ਨਹੀਂ ਗਾ। ਮਰ ਕਹਿੰਦੇ ਕਬੀਰ ਸਾਹਿਬ ਕਹਿੰਦੇ ਕੋ ਪੰਡਤ ਸੁੱਚਾ ਕਮ ਨ ਠਾਓ। ਕਿੱਥੇ ਸੁੱਚਾ? ਕੌਣ ਸੁੱਚਾ? ਕੋਈ ਵੀ ਸੁੱਚਾ ਨਹੀਂ ਹੈ। ਕੋ ਪੰਡਤ ਸੁੱਚਾ ਕਮ ਨ ਠਾਓ, ਜਹਾਂ ਬੈਸ ਹੋ ਭੋਜਨ ਖਾਓ। ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ। ਆਵੇ ਝੂਠੇ ਜਾਵੇ ਝੂਠੇ, ਝੂਠੇ ਮਰੇ ਭਾਗੇ। ਕਹਿਣ ਲੱਗੇ ਜਿੱਦਣ ਤੂੰ ਜੰਮਿਆ ਸੀ ਉਦਣ ਤੇ ਤੇਰੇ ਘਰ ਵਿੱਚ ਝੂਠ ਆ ਗਈ ਸੀ। ਕਹਿੰਦੇ ਬੱਚਾ ਜੰਮਿਆ ਸੂਤਕ ਹੋ ਗਿਆ ਹੈ। ਮਾਤਾ ਝੂਠੀ, ਜਿੱਥੋਂ ਤੇਰੀ ਪੈਦਾਇਸ਼ ਹੋਈ ਉਹ ਤਾਂ ਝੂਠੀ ਚੀਜ਼ ਵਾ। ਪਿਤਾ ਵੀ ਝੂਠਾ, ਤੇ ਜਿੱਥੋਂ ਤੇਰੀ ਪੈਦਾਇਸ਼ ਹੋਈ ਉਹੀ ਤਾਂ ਸਭ ਕੁਝ ਝੂਠਾ ਹੈ। ਝੂਠੇ ਹੀ ਫਲ ਲਾਗੇ। ਤੇ ਜੇ ਮਾਂ ਝੂਠੀ ਆ ਤੇ ਉਹਨੂੰ ਫਲ ਚੰਗਾ ਕਿਦੋਂ ਲੱਗੂਗਾ? ਬੱਚੇ ਵੀ ਤਾਂ ਝੂਠੇ ਹੀ ਹੋਣਗੇ। ਫਿਰ
ਸਭ ਪਾਸੇ ਝੂਠ ਹੀ ਝੂਠ ਹੈ। ਆਵੇ ਝੂਠੇ। ਜਿੱਦਣ ਤੂੰ ਧਰਤੀ ਤੇ ਆਇਆ ਸੀ ਤੇ ਕਹਿੰਦੇ ਬੱਚਾ ਜੰਮਿਆ, ਹੁਣ ਬੀਬੀ ਨੂੰ ਚੌਂਕੇ ਚੜਾਉਣਾ ਹੈ। ਘਰ ਅਪਵਿੱਤਰ ਹੋ ਗਿਆ ਬੱਚਾ ਜੰਮਣ ਦੇ, ਤੇਰੇ ਘਰ ਆਉਣ ਦੇ ਨਾਲ ਘਰ ਅਪਵਿੱਤਰ ਹੋ ਗਿਆ। ਤੇ ਘਰ ਵਿੱਚ ਲਿਆਣ ਕੇ ਬ੍ਰਾਹਮਣਾਂ ਨੂੰ, ਪੰਡਤਾਂ ਨੂੰ ਮੰਤਰ ਪੜ੍ਹਨੇ ਪਏ। ਤੇ ਜਿੱਦਣ ਤੂੰ ਮਰ ਗਿਆ ਉਦਣ ਵੀ ਘਰ ਅਪਵਿੱਤਰ ਹੋ ਗਿਆ। ਮੁੜ ਕੇ ਖੰਡ ਪਾਠ ਸਾਹਿਬ ਰਖਾਉਣਾ ਪੈਂਦਾ। ਇਹ ਜਿਹੜਾ ਮਰੇ ਦਾ ਖੰਡ ਪਾਠ ਹੈ ਨਾ, ਮਤਲਬ ਕਾਰਨ ਇਹੋ ਹੀ ਆ। ਘਰ ਵਿੱਚ ਕੋਈ ਮਾੜੀ ਚੀਜ਼ ਆ ਗਈ ਆ, ਇਹਨੂੰ ਘਰ ਨੂੰ ਪਵਿੱਤਰ ਕਰਨਾ ਤੇ ਖੰਡ ਪਾਠ ਸਾਹਿਬ ਰੱਖੋ। ਤੇਰੇ ਆਉਣ ਨਾਲ ਘਰ ਪਵਿੱਤਰ ਹੋ ਗਿਆ, ਤੇਰੇ ਜਾਣ ਨਾਲ ਘਰ ਮੰਤਰ ਪੜ੍ਹਨੇ ਪੈ ਗਏ ਸਾਨੂੰ, ਤੇ ਤੂੰ ਆਪਣੇ ਆਪ 'ਚ ਬੜਾ ਹੀ ਸੁੱਚਾ ਬਣਿਆ ਫਿਰਦਾ ਹੋਇਆ। ਹਾਂਜੀ। ਜੇ ਬਾ ਝੂਠੀ ਬੋਲਤ ਝੂਠੇ, ਕਰਨ ਨੇਤਰ ਸਭ ਝੂਠੇ, ਇੰਦਰੀ ਕੀ ਝੂਠ ਉਤਰ ਸੁਨਾਹੀ, ਬ੍ਰਹਮ ਅਗਨ ਕੇ ਲੂਠੇ। ਸਭ ਕੁਝ ਝੂਠਾ ਝੂਠਾ, ਗੋਬਰ ਝੂਠਾ, ਚੌਂਕਾ ਝੂਠਾ, ਝੂਠੀ ਦੀਨੀ ਕਾਰਾ, ਕਹਿ ਕਬੀਰ तेई नर सूचे। को पंडित सूचा कमन ठाओ, कहो कबीर तेही नर सूचे, साची परी विचारा। जिन्हां दे अंदर गुरबाणी ने वास कर लिया, नाम ने वास कर लिया, वो साध भले अननातियां, चोर से चोरा चोर। वो नहाउण चाहे ना नहाउण, वो पवित्र ही ने। ਤੇ ਜਿਹੜਾ ਤੂੰ ਰੱਬ ਦਾ ਨਾਮ ਛੱਡ ਕੇ, ਸਤ ਸੰਗਤ ਛੱਡ ਕੇ ਤੇ ਐਵੇਂ ਟੂਟੀਆਂ ਨੂੰ ਮਲਣ 'ਚ ਲੱਗਾ ਹੋਇਆ ਹੈ। ਬਾਹਰ ਕਹਿੰਦੇ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਤੇ ਅਗਲਾ ਬਚਨ ਸੀ ਚੁੱਪੈ ਚੁੱਪ ਨਾ ਹੋਵਈ। ਅਗਲਾ ਸੀ ਕਿ ਇੱਕ ਤੇ ਇਹ ਵੀ ਇੱਕ ਧਰਮ ਦਾ ਅੰਗ ਸੀ ਕਿ ਆਪਣੇ ਆਪ ਨੂੰ ਸੁੱਚਿਆਂ ਰੱਖੋ, ਤੇ ਦੂਸਰਾ ਧਰਮ ਦਾ ਅੰਗ ਸੀ ਕਿ ਬੋਲਣਾ ਨਹੀਂ ਹੈ, ਮੌਨੀ ਹੋ ਜਾਓ। ਇੱਕ ਤੇ ਸੁੱਚੇ ਰੱਖੋਗੇ ਆਪਣੇ ਆਪ ਨੂੰ ਤੇ ਪਰਮਾਤਮਾ ਮਿਲੂਗਾ, ਤੇ ਇੱਕ ਤੁਸੀਂ ਮੌਨੀ ਬਣ ਜਾਓ ਤੇ ਕਿਸੇ ਨਾਲ ਬੋਲਣਾ ਨਹੀਂਗਾ ਤੇ ਤਾਂ ਰੱਬ ਮਿਲੂਗਾ। ਮਰ ਕੇ ਨਾ ਚੁੱਪੈ ਚੁੱਪ ਨਾ ਹੋਵਈ। ਇਹ ਬਾਹਰੀ ਚੁੱਪ ਦੇ ਨਾਲ ਮਨ ਨੇ ਚੁੱਪ ਨਹੀਂ ਜੇ ਕਰਨਾ। ਤੁਸੀਂ ਮੂੰਹ ਤੋਂ ਚੁੱਪ ਹੋ ਜਾਓ ਤੇ ਮਨ ਤੇ ਸਗੋਂ ਬਹੁਤਾ ਹੀ ਬੋਲਣ ਲੱਗ ਪੈਂਦਾ। ਜਿੱਦਾਂ ਕਈ ਕਹਿੰਦੇ ਨਾ ਵੀ ਅੱਗੋਂ ਪਿੱਛੋਂ ਤੇ ਮਨ ਬੋਲਦਾ ਨਹੀਂਗਾ, ਜਦੋਂ ਪਾਠ ਕਰਨ ਲੱਗ ਪੈਂਦੇ ਫਿਰ ਮਨ ਬੋਲਣ ਲੱਗ ਪੈਂਦਾ ਹੈ। ਤੇ ਪਾਠ ਤੋਂ ਪਹਿਲਾਂ ਕਿਉਂ ਨਹੀਂ ਇਹ ਬੋਲਦਾ? ਇਹ ਪਾਠ ਕਰਦਿਆਂ ਕਿਉਂ ਬੋਲਦਾ ਹੈ? ਇਹ ਕੀਰਤਨ ਸੁਣਦਿਆਂ ਕਿਉਂ ਬੋਲਦਾ ਹੈ? ਪਹਿਲੋਂ ਕਿਉਂ ਨਹੀਂ ਬੋਲਦਾ? ਪਹਿਲੋਂ ਅਸੀਂ ਇਸ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦੇ। ਅਸੀਂ ਬੋਲੀ ਜਾਂਦੇ ਹਾਂ, ਉਦੋਂ ਇਹਨੂੰ ਮੌਕਾ ਮਿਲ ਜਾਂਦਾ ਤਾਂ ਬੋਲਦਾ ਹੈ। ਤੇ ਉਹਨਾਂ ਨੇ ਆਖਿਆ ਜੇ ਮਨ ਨੂੰ ਚੁੱਪ ਕਰਾਉਣਾ ਤੇ ਮੂੰਹ ਨੂੰ ਚੁੱਪ ਕਰਾਓ। ਜਦੋਂ ਸਿਆਣਿਆਂ ਦੀ ਕਹਾਵਤ ਹੈ ਨਾ ਕਿ ਇੱਕ ਚੁੱਪ ਤੇ 100 ਸੁੱਖ। ਇਹ ਦੁਨੀਆਦਾਰ ਦੀ ਗੱਲ ਨਹੀਂ ਮਹਾਰਾਜ ਇਸ ਪੌੜੀ 'ਚ ਕਰ ਰਹੇ। ਇਹ ਸਾਧੂ ਮਹਾਤਮਾ ਜਿਨ੍ਹਾਂ ਨੇ ਆਪਣੀਆਂ ਮਰਜ਼ਾਦਾ ਧਾਰਨ ਕੀਤੀਆਂ ਹੋਈਆਂ ਉਹਨਾਂ ਨੂੰ ਕਹਿ ਰਹੇ ਨੇ ਮਹਾਰਾਜ ਕਿ ਚੁੱਪੈ ਚੁੱਪ ਨਾ ਹੋਵਈ। ਕੇਵਲ ਮੂੰਹ ਦੇ ਚੁੱਪ ਦੇ ਨਾਲ ਮਨ ਨੇ ਚੁੱਪ ਨਹੀਂ ਕਰਨਾ। ਤੇ ਜੇ ਲਾਏ ਰਹਾ ਲੈ ਵਤਾਰ, ਤੂੰ ਧਿਆਨ ਲਾ ਕੇ ਵੇਖ ਲੈ। ਮੂੰਹ ਤੋਂ ਚੁੱਪ ਕਰਕੇ ਤੂੰ ਧਿਆਨ ਲਾ ਕੇ ਵੇਖ, ਇਹ ਤੇ ਬਹੁਤ ਬੋਲਣ ਦਿਆ ਹੈ। ਇਹਨੂੰ ਚੁੱਪ ਕਰਾਉਣ ਦਾ ਇੱਕੋ ਇੱਕ ਤਰੀਕਾ ਹੈ ਭਾਈ ਕਿ ਜੋ ਕਹਿੰਦਾ ਨਾ ਸੁਣੀ ਜਾਓ ਤੇ ਤੁਸੀਂ ਧਿਆਨ 'ਚ ਬੈਠ ਕੇ ਸਿਮਰਨ ਕਰੀ ਜਾਓ। ਇਹ ਬੋਲਦਾ, ਇਹਨੂੰ ਬੋਲਣ ਦਿਓ। ਇਹਦਾ ਕੰਮ ਹੈ, ਇਹਦਾ ਸੁਭਾਅ ਹੈ, ਇਹਨੇ ਬੋਲਣਾ ਹੀ ਬੋਲਣਾ, ਇਹਨੇ ਚੁੱਪ ਹੋਣਾ ਹੀ ਨਹੀਂ ਹੈ। ਤੇ ਜਿੱਦਣ ਚੁੱਪ ਹੋ ਗਿਆ ਉਦਣ ਹੀ ਪ੍ਰਮਾਤਮਾ ਦਾ ਮਿਲਣ ਹੋਣਾ, ਉਸ ਤੋਂ ਬਿਨਾਂ ਮਿਲਣ ਹੋਣਾ ਨਹੀਂ ਹੈ। ਕਬੀਰ ਸਾਹਿਬ ਨੇ ਸਿੱਧਾ ਹੀ ਕਹਿ ਦਿੱਤਾ ਹੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬੰਦੋ ਸੁੰਦਰ ਪਾਵੋ। ਦੁੰਦਰ ਮੈਨੇ ਦਵੰਦ, ਦਵੰਦ ਮੈਨੇ ਝਗੜਾ, ਦਵੰਦ ਮੈਨੇ ਰੌਲੀ। ਜਿਹੜੀ ਤੁਹਾਡੇ ਅੰਦਰ ਮਾਂ ਕਬੀਰ ਸਾਹਿਬ ਕਹਿੰਦੇ ਰੌਲੀ ਪੈ ਰਹੀ ਇਹਨੂੰ ਬੰਦ ਕਰੋ।
ਤੇ ਰੌਲੀ ਬੰਦ ਹੁੰਦੀ ਨਹੀਂ ਹੈ। ਰੌਲੀ ਇਹ ਤਾਂ ਸਗੋਂ ਵੱਧ ਰੌਲੀ ਪਾਉਂਦਾ ਹੈ। ਕਈ ਕਹਿੰਦੇ ਜਦੋਂ ਅਸੀਂ ਪਾਠ ਕਰਦੇ ਹਾਂ ਨਾ, ਪਾਠ ਕਰੇ ਹਮ ਨਿਤ ਗੁਰਬਾਣੀ, ਤੇ ਭੈੜੇ ਤੋਂ ਭੈੜਾ ਖਿਆਲ, ਮਾੜੇ ਤੋਂ ਮਾੜਾ ਖਿਆਲ ਉਦੋਂ ਮਨ ਵਿੱਚ ਆਉਂਦਾ ਜਦੋਂ ਅਸੀਂ ਪਾਠ ਕਰਦੇ ਹਾਂ। ਅੱਗੋਂ ਪਿੱਛੋਂ ਕੋਈ ਮਾੜਾ ਖਿਆਲ ਨਹੀਂ ਆਉਂਦਾ। ਕਾਰਨ ਇਹਦਾ ਪਤਾ ਕੀ ਹੈ ਕਿ ਹੁਣ ਤੁਸੀਂ ਇਹਦੇ ਉਲਟ ਜਾ ਰਹੇ ਹੋ। ਇਹ ਨਹੀਂ ਚਾਹੁੰਦਾ ਤੁਸੀਂ ਕੀਰਤਨ ਸੁਣੋ, ਇਹ ਤੇ ਕਹਿੰਦਾ ਵੀ ਗਾਉਣ ਲਾ, ਗੀਤ ਲਾ ਤੇ ਗੀਤ ਸੁਣ। ਇਹ ਨਹੀਂ ਕਹਿੰਦਾ ਤੂੰ ਸਤ ਸੰਗਤ ਵਿੱਚ ਬਹਿ ਨਾ, ਇਹ ਕਹਿੰਦਾ ਮਸਕਰੀਆਂ ਦੇ ਕੋਲ ਬੈਠ, ਜਿੱਥੇ ਮਸਕਰੇ ਲੋਕ ਬੈਠੇ ਹੋਏ। ਤੇ ਮੈਂ ਤਾਂ ਬੜਾ ਹੈਰਾਨ ਹੈ ਕਿ ਦੇਸ਼ ਦੀ ਰਾਜ ਸੱਤਾ ਦੀ ਡੋਰ ਲੋਕੀ ਮਸਕਰੀਆਂ ਦੇ ਹੱਥਾਂ 'ਚ ਦਿੰਦੇ ਨੇ। ਇਹ ਕਿ ਖਿਡਾਰੀ ਨੂੰ ਕੋਈ ਟਿਕਟ ਦੇ ਦਿੰਦਾ ਹੈ, ਕੋਈ ਮਸਕਰੀ ਕਰਨ ਵਾਲਿਆਂ ਨੂੰ ਟਿਕਟ ਦੇ ਦਿੰਦਾ ਹੈ, ਕੋਈ ਗੀਤ ਗਾਉਣ ਵਾਲਿਆਂ ਨੂੰ ਟਿਕਟ ਦੇ ਦਿੰਦਾ ਹੈ। ਲੋਕਾਂ ਨੂੰ ਇਹ ਚੀਜ਼ਾਂ ਪ੍ਰਵਾਨ ਨੇ, ਤੇ ਤਾਂ ਹੀ ਉਹ ਸਾਡੀ ਨਬਜ਼ ਨੂੰ ਪਛਾਣਦੇ ਨੇ ਕਿ ਇਹਨਾਂ ਕਦੀ ਧਰਤੀ ਤੇ, ਪੰਜਾਬ ਦੀ ਧਰਤੀ ਤੇ ਹੋਇਆ ਕਿਸੇ ਕੀਰਤਨੀਆਂ ਟਿਕਟ ਦਿੱਤੀ ਹੋਏ ਤੇ ਲੋਕਾਂ ਨੇ ਖੁਸ਼ੀਆਂ ਮਨਾਈਆਂ ਹੋਣ। ਤੇ ਫਿਲਮਾਂ 'ਚ ਕੰਮ ਕਰਨ ਵਾਲੇ ਨੂੰ ਟਿਕਟ ਦੇ ਦਿਓ ਤੇ ਸਾਰੀ ਦੁਨੀਆ ਖੁਸ਼ ਹੋ ਜਾਂਦੀ ਹੈ ਤੇ ਵੋਟਾਂ ਪਾਉਣ ਦੀ। ਤੇ ਕਥਾ ਕਰਨ ਵਾਲੇ ਨੂੰ ਟਿਕਟ ਦੇ ਦੇ ਕੋਈ ਪਾਰਟੀ ਤੇ ਸਾਰੇ ਡੱਬੇ ਹੀ ਖਾਲੀ ਨਿਕਲ ਗਏ ਉਹਦੇ। ਤਾਂ ਉਹਦਾ ਬਟਨ ਹੀ ਕਿਸੇ ਨੇ ਨਹੀਂ ਨੱਪਣਾ। ਉਹ ਸਾਡੀਆਂ ਨਬਜ਼ਾਂ ਪਛਾਣ ਕੇ ਹੀ ਉਹ ਸਾਨੂੰ ਇਹ ਲੋਕ ਕਰਦੇ ਨੇ ਵੀ ਕਿੱਥੇ ਸਿੱਖੀ ਸਰੂਪ ਵਾਲਾ ਬੰਦਾ ਚਾਹੀਦਾ, ਕਿੱਥੇ ਦਾੜੀ ਵਾਲਾ ਚਾਹੀਦਾ, ਕਿੱਥੇ ਕੱਟੀ ਦਾੜੀ ਵਾਲਾ ਚਾਹੀਦਾ। ਉਹ ਸਾਡੀਆਂ ਨਬਜ਼ਾਂ ਪਛਾਣਦੇ ਨੇ, ਤਾਂ ਉਹ ਟਿਕਟਾਂ ਉਸ ਹਿਸਾਬ ਨਾਲ ਵੰਡਦੇ ਨੇ। ਮੈਂ ਕਹਿ ਰਿਹਾ ਸੀ ਵੀ ਇੰਨੇ ਜਦੋਂ ਅਸੀਂ ਪਾਠ ਕਰਨਾ ਹੈ, ਇੰਨੇ ਉਹ ਵਿਚਾਰਾਂ ਲਿਆਉਣੀਆਂ ਜਿਹੜੀਆਂ ਧਰਤੀ ਤੇ ਹੈ ਹੀ ਨਹੀਂ। ਜਦੋਂ ਸੰਗਤ 'ਚ ਬਹਿਣਾ ਉਦੋਂ ਇਹਨੇ ਆਖਣਾ ਵੀ ਛੱਡ ਪਰਾਂ, ਇੱਥੇ ਕੀ ਲੈਣਾ ਪਈ ਕੇ। ਇਸ ਕਰਕੇ ਇਹ ਬਹੁਤ ਭੈੜੇ ਵਿਚਾਰ ਉਸ ਸਮੇਂ ਦਿੰਦਾ ਜਦੋਂ ਕੀਰਤਨ ਸੁਣਦਾ ਹੈ। ਉਦੋਂ ਹੀ ਇਹ ਭੈੜੇ ਵਿਚਾਰ ਦਿੰਦਾ ਜਦੋਂ ਕਥਾ ਸੁਣਦਾ, ਅੱਗੋਂ ਪਿੱਛੋਂ ਕੁਛ ਨਹੀਂ ਕਰਦਾ। ਕਿਉਂ ਕਿ ਉਦੋਂ ਅਸੀਂ ਇਸ ਦੇ ਉਲਟ ਜਾ ਰਹੇ ਹੁੰਦੇ ਹਾਂ। ਤੇ ਜਦੋਂ ਦੋ ਪਾਰਟੀਆਂ ਬਣ ਜਾਣ ਫਿਰ ਡਾਂਗਾਂ ਚੱਲਦੀਆਂ ਹੁੰਦੀਆਂ, ਫਿਰ ਗੋਲੀਆਂ ਵੀ ਚੱਲਦੀਆਂ ਹੁੰਦੀਆਂ, ਬੰਦੇ ਵੀ ਮਰਦੇ ਹੁੰਦੇ ਆ। ਤੇ ਜਦੋਂ ਇੱਕੋ ਜੈਸਾ ਹੀ ਝੰਡਾ ਹੋ ਜੇ ਸਾਰਿਆਂ ਦਾ, ਇੱਕੋ ਜੈਸਾ ਏਜੰਡਾ ਹੋ ਜੇ ਤੇ ਫਿਰ ਕੁਛ ਨਹੀਂ ਹੁੰਦਾ। ਤੇ ਮਾਰ ਕਹਿੰਦੇ ਚੁੱਪ ਹੋ ਸਕਦਾ ਹੈ ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਵੇ। ਇਹ ਮਨ ਮਰੇ ਦਾਰੂ ਜਾਣੇ ਕੋਏ। ਹਾਂ, ਇਹ ਤੇਰੇ ਆਪਣੇ ਮੂੰਹ ਤੋਂ ਚੁੱਪ ਹੋਣ ਨਾਲ ਮਨ ਨੇ ਚੁੱਪ ਨਹੀਂ ਹੋਣਾ। ਤੂੰ ਗੁਰੂ ਨੂੰ ਸਮਰਪਿਤ ਹੋ ਕੇ ਗੁਰੂ ਦੀ ਸੇਵਾ ਸਿਮਰਤ ਲੱਗ ਜਾ, ਗੁਰੂ ਆਪੇ ਹੀ ਕੰਮ ਕਰ ਦੂਗਾ। ਇਹ ਕੰਮ ਗੁਰੂ ਦਾ ਵਾ, ਇਹ ਗੁਰੂ ਨੇ ਆਪੇ ਕਰਨਾ ਵਾ। ਇਸ ਮਨ ਨੂੰ ਗੁਰੂ ਨੇ ਚੁੱਪ ਕਰਾਉਣਾ ਹੈ। ਲਹਿਣਾ ਜਿੱਦਣ ਜਾ ਕੇ ਮੱਥਾ ਟੇਕਿਆ ਸੀ ਨਾ ਲਹਿਣੇ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪਹਿਲੇ ਦਿਨ ਹੀ ਗੁਰੂ ਨਾਨਕ ਸਾਹਿਬ ਨੇ ਲਹਿਣਾ ਜੀ ਦਾ ਮਨ ਚੁੱਪ ਕਰਾ ਦਿੱਤਾ ਸੀ। 7 ਸਾਲ ਮੁੜ ਕੇ ਘਾਲਣਾ ਘਾਲੀ, 7 ਸਾਲਾਂ 'ਚ ਇੱਕ ਵੀ ਸਵਾਲ ਨਹੀਂ ਕੀਤਾ, ਮਨ ਹੀ ਚੁੱਪ ਹੋ। ਪੰਜਾਂ ਪਿਆਰਿਆਂ ਨੇ 10ਵੇਂ ਪਾਤਸ਼ਾਹ ਨੂੰ ਮੁੜ ਕੇ ਕੋਈ ਸਵਾਲ ਹੀ ਨਹੀਂ ਕੀਤਾ, ਮਨ ਹੀ ਚੁੱਪ ਹੋ ਗਏ। ਮਨ ਵਿੱਚ ਕੋਈ ਛਾ ਗਿਆ ਹੈ, ਆਪਾ ਆਪ ਮਿਟਾ ਗਿਆ ਹੈ। ਰੂਹ ਵਿੱਚ ਕੋਈ ਛਾ ਗਿਆ ਹੈ, ਆਪਾ ਆਪ ਮਿਟਾ ਗਿਆ ਹੈ। ਜਦੋਂ ਫਿਰ ਅੰਦਰੋਂ ਚੁੱਪ ਹੋ ਜਾਂਦਾ ਹੈ ਨਾ, ਉਦੋਂ ਫਿਰ ਰੱਬ ਨਾਲ ਮਿਲਣ ਹੋ ਜਾਂਦਾ। ਤੇ ਮਾਰ ਕਹਿੰਦੇ ਜਿਹੜਾ ਤੁਸੀਂ ਮਰਜ਼ਾਦਾ ਧਾਰਨ ਕੀਤੀ ਹੋਈ ਆ, ਅੱਜ ਸਾਡੀ ਕੌਮ 'ਚ ਕੋਈ ਬੰਦੇ ਨੇ ਫਲਾਨਾ ਮੋਨੀ ਬਾਬਾ ਹੈ, ਮਾਰ ਕਹਿੰਦਾ ਬੋਲੇ ਨਹੀਂ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਈਏ ਜੋਨੀ। ਤੇਰੀ ਮੂੰਹ ਦੀ ਚੁੱਪ ਕੀ ਕਰੂਗੀ, ਅੰਦਰੋਂ ਤੇ ਬੜਾ ਕੁਛ ਬੋਲੀ ਜਾਂਦਾ ਹੈ। ਅਸੀਂ ਸੌਂ ਜਾਂਦੇ ਤਾਂ ਵੀ ਇਹ ਬੋਲੀ ਜਾਂਦਾ ਹੈ ਤੇ ਬੋਲੀ ਜਾਂਦਾ ਹੈ। ਹਾਂ, ਮਾਰ ਕਹਿੰਦੇ ਇਹ ਚੁੱਪ ਹੋ ਸਕਦਾ ਹੈ ਜੇ ਤੂੰ ਗੁਰੂ ਨੂੰ ਸਮਰਪਿਤ ਹੋ ਗਿਆ, ਗੁਰੂ ਦੀ ਸੇਵਾ ਸਿਮਰਤ ਲੱਗ ਜਾ, ਗੁਰੂ ਆਪੇ ਚੁੱਪ ਕਰਾ ਦੇਗਾ। ਤੇ ਜਿੱਦਾਂ ਤੂੰ ਸੁੱਚਾ ਹੋਣਾ ਚਾਹੁੰਦਾ ਇਦਾਂ ਹੋਣਾ ਨਹੀਂ ਹੈ।
ਤੇ ਭੁੱਖਿਆਂ ਭੁੱਖ ਨਾ ਉਤਰੀ। ਹੁਣ ਸਮਾਪਤੀ ਕਰੀਏ, ਟਾਈਮ ਹੋ ਚੱਲਿਆ। ਭੁੱਖਿਆਂ ਜਿਹੜੇ ਬੰਦੇ ਤਸ਼ਨਾਲੂ ਨੇ, ਭੁੱਖਿਆਂ ਭੁੱਖ ਨਾ ਉਤਰੀ। ਜੇ ਬੰਨਾ ਪੁਰੀਆਂ ਭਾਰ। ਇੱਕ ਇਹ ਵੀ ਤਰੀਕਾ ਸੀ ਵਾਹ ਮਾਰਗੀਆਂ ਨੇ ਅਪਣਾਇਆ ਵੀ ਜੋ ਮਨ ਕਹਿੰਦਾ ਨਾ ਉਹ ਕਰ ਲਓ ਤੇ ਮੁੜ ਕੇ ਤੁਸੀਂ ਪ੍ਰਸੰਨ ਹੋ ਜਾਓਗੇ। ਮਾਰ ਕੇ ਨਾ, ਭੁੱਖਿਆਂ ਭੁੱਖ ਨਾ ਉਤਰੀ। ਭੁੱਖੇ ਜਿਹੜੇ ਬੰਦੇ ਨੇ ਉਹਨਾਂ ਦੀ ਭੁੱਖ ਉਤਰਦੀ ਨਹੀਂ, ਭਾਵੇਂ ਬੰਨਾ ਪੁਰੀਆਂ ਭਾਰ। ਪੁਰੀਆਂ ਮੰਨੇ ਸ਼ਹਿਰ, ਸ਼ਹਿਰਾਂ ਦੇ ਸ਼ਹਿਰ, ਦੇਸ਼ਾਂ ਦੇ ਦੇਸ਼ ਦੇ ਦਿਓ, ਪਰ ਅੰਦਰੋਂ ਜਿਹੜਾ ਬੰਦਾ ਭੁੱਖਾ ਉਹਦੀ ਭੁੱਖ ਨਹੀਂ ਉਤਰਦੀ। ਤੇ ਵਾਹ ਮਾਰਗੀਆਂ ਨੇ ਰਾਹ ਅਪਣਾਇਆ ਸੀ ਕਿ ਪਹਿਲੋਂ ਮਨ ਨੂੰ ਰਜਾ ਲਓ ਤੇ ਫਿਰ ਰੱਬ ਦੇ ਰਾਹ ਤੇ ਤੁਰ ਪਿਓ। ਉਸੋ ਰਜਨੀਸ਼ ਜਿਹੜਾ ਆਇਆ ਉਹਨੇ ਵੀ ਇਹੀ ਰਾਹ ਅਪਣਾਇਆ ਨਾ, ਵੀ ਮਨ ਜੋ ਕਹਿੰਦਾ ਪਹਿਲਾਂ ਉਹ ਕਰ ਲਓ ਤੇ ਫਿਰ ਧਿਆਨ ਕਰੋ। ਮਨ ਜੋ ਕਹਿੰਦਾ ਪਹਿਲਾਂ ਉਹ ਕਰੋ ਤੇ ਫਿਰ ਰੱਬ ਦਾ ਨਾਮ ਜਪੋ। ਉਹ ਕਹਿੰਦਾ ਫਰਜ਼ ਕਰ ਲਓ ਤੁਸੀਂ ਭੁੱਖੇ ਹੋ ਤੇ ਤੁਸੀਂ ਮਾਲਾ ਲੈ ਕੇ ਬਹਿ ਗਏ, ਨਾਮ ਜਪਣ ਲੱਗ ਪਏ, ਤੇ ਹੁਣ ਤੁਹਾਨੂੰ ਭੁੱਖ ਨੇ ਤੰਗ ਕਰ ਲਾਂ, ਪਹਿਲਾਂ ਰੋਟੀ ਖਾਓ। ਜਿੱਦਾਂ ਕਬੀਰ ਸਾਹਿਬ ਨੇ ਕਿਹਾ ਕਿ ਭੁੱਖੇ ਭਗਤ ਨਾ ਕੀਜੇ, ਜੇ ਮਾਲਾ ਆਪਣੀ ਲੀਜੇ। ਜੇ ਸਰੀਰ ਭੁੱਖਾ ਹੈ ਤੇ ਤੁਸੀਂ ਰੱਬ ਰੱਬ ਜਪਣ ਲੱਗ ਪਏ ਤੇ ਇਹ ਸਰੀਰ ਨੇ ਤੁਹਾਨੂੰ ਰੱਬ ਰੱਬ ਜਪਣ ਨਹੀਂ ਦੇਣਾ। ਇਹਦੀ ਭੁੱਖ ਪੂਰੀ ਕਰੋ। ਇਹ ਰਜਨੀਸ਼ ਵੀ ਇਹੋ ਗੱਲ ਕਹਿੰਦਾ ਹੈ। ਮਨ ਜੋ ਕਹਿੰਦਾ ਉਹ ਕਰੋ, ਫਿਰ ਰੱਬ ਨੂੰ ਧਿਆਓ। ਪਰ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਇਸ ਵਿਚਾਰਧਾਰਾ ਦੇ ਨਾਲ ਸਹਿਮਤ ਨਹੀਂ ਹੈ, ਕਿਉਂਕਿ ਮਨ ਨੇ ਰੱਜਣਾ ਨਹੀਂ ਹੈ। ਜੇ ਰੋਟੀ ਮੰਗਦਾ ਤਾਂ ਰੋਟੀ ਖਵਾਤੀ, ਇਹਨੇ ਕੋਈ ਪੀਣ ਨੂੰ ਮੰਗਣ ਲੱਗ ਪੈਣਾ, ਜੇ ਪੀਣ ਨੂੰ ਇਹਨੇ ਕੋਈ ਦੇਖਣ ਨੂੰ ਮੰਗਣ ਲੱਗ ਪੈਣਾ ਵੀ ਮੈਨੂੰ ਉਹ ਚੀਜ਼ ਦਿਖਾ ਦੇ, ਫਿਰ ਇਹਨੇ ਕੋਈ ਸੁਣਨ ਦੀ ਇੱਛਾ ਕਰਨੀ ਹੈ। ਇਹਨੇ ਤਾਂ ਰੱਜਣਾ ਹੀ ਨਹੀਂ ਗਾ। ਮਰ ਕੇ ਨਾ ਭੁੱਖਿਆਂ ਭੁੱਖ ਨਾ ਉਤਰੀ ਨਾ, ਜੇ ਬੰਨਾ ਪੁਰੀਆਂ ਭਾਰ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੇ ਨਾਰ। ਜਿੱਥੇ ਧਰਮ ਦੇ ਅੰਦਰ ਸੁਚਮਤਾ ਕੰਮ ਨਹੀਂ ਕਰਦੀ, ਜਿੱਥੇ ਮੌਨ ਕੰਮ ਨਹੀਂ ਕਰਦਾ, ਜਿੱਥੇ ਮਨ ਨੂੰ ਰਜਾਉਣ ਦੇ ਨਾਲ ਧਰਮ ਦਾ ਰਾਹ ਨਹੀਂ ਮਿਲਦਾ, ਤੇ ਮਹਾਰਾਜ ਕਹਿੰਦੇ ਉੱਥੇ ਸਿਆਣਪਾਂ ਵੀ ਕੰਮ ਨਹੀਂ ਕਰਦੀਆਂ। ਸਹਿਸ ਸਿਆਣਪਾਂ, ਰੱਬ ਦੇ ਮਾਰਗ ਤੇ ਚੱਲਣਾ ਹੈ, ਰੱਬ ਦੇ ਰਾਹ ਤੇ ਚੱਲਣਾ ਹੈ, ਕਿਸੇ ਸਿਆਣਪ ਦੀ ਲੋੜ ਨਹੀਂ ਹੈ, ਸਿਰਫ ਭਾਵਨਾ ਦੀ ਲੋੜ ਹੈ। ਉੱਦਾਂ ਤੇ ਮਹਾਰਾਜ ਨੇ ਕਿਹਾ ਕਿ ਅਕਲ ਹੀ ਸਾਹਿਬ ਸੇਵੀਏ, ਪਰ ਇੰਨੀ ਵੀ ਅਕਲ ਨਾ ਹੋ ਜੇ ਕਿ ਰੱਬ ਤੇ ਸ਼ੰਕਾ ਕਰ ਲਵੇ। ਬਹੁਤਾ ਗਿਆਨ ਵੀ ਜਿਹੜਾ ਹੁੰਦਾ ਹੈ ਨਾ, ਉਹ ਵੀ ਨਹੀਂ ਰੱਬ ਨੂੰ ਮਿਲਣ ਦਿੰਦਾ। ਮੈਂ ਅੱਗੇ ਵੀ ਕਹਿੰਦਾ, ਪੁਰਾਣੇ ਜਿਹੜੇ ਰੱਬ ਨੂੰ ਮਿਲਦੇ ਸੀ ਨਾ ਲੋਕ, ਉਹ ਅਗਿਆਨੀ ਲੋਕ ਹੁੰਦੇ ਸਨ, ਤੇ ਸ਼ਰਧਾ ਧਾਰਨ ਕਰਕੇ ਧੰਨੇ ਸੇਵਿਆ ਬਾਲ ਬੁੱਧ। ਬੱਚਿਆਂ ਵਾਲੀ ਸੁਰਤ ਰੱਖ ਕੇ, ਬੱਚੇ ਬੇਸਮਝ ਹੁੰਦੇ ਨੇ, ਬਹੁਤੇ ਗਿਆਨੀ ਨਹੀਂ ਹੁੰਦੇ ਬੱਚੇ। ਇਹ ਜਿਉਂ ਜਿਉਂ ਅਸੀਂ ਬੁੱਢੇ ਹੁੰਦੇ ਜਾਂਦੇ ਹਾਂ ਨਾ, ਕੱਲ ਪਰਸੋਂ ਕੋਈ ਮੈਨੂੰ ਦਿਖਾਉਂਦਾ ਹੈ, ਬਾਬਾ ਜੀ ਆਹ ਦੇਖੋ YouTube ਤੇ ਬੜੀ ਸੋਹਣੀ ਵਿਆਖਿਆ ਕਰਨ ਦਿਆ, ਤੇ 85-90 ਸਾਲ ਦਾ ਹੈ। ਮੈਂ ਕਿਹਾ ਬੁੱਢੇ ਵਾਰੇ ਤੱਕ ਸਾਰੇ ਗਿਆਨੀ ਬਣ ਜਾਂਦੇ ਹੁੰਦੇ ਆ। ਗੱਲ ਸੀ ਜਵਾਨੀ ਵਿੱਚ, ਬੁੱਢੇ ਵਾਰਿਆਂ ਤਾਂ ਸਾਰਿਆਂ ਨੂੰ ਪਤਾ ਹੁੰਦਾ ਹੈ। ਹੁਣ ਬੁੱਢੇ ਬਾਰੇ ਜਿਹੜਾ ਸਾਨੂੰ ਕਹਿ ਰਿਹਾ, ਉਹਨੂੰ ਪੁੱਛਿਆ ਜਾਏ ਵੀ ਜਦੋਂ ਤੂੰ ਜਵਾਨੀ 'ਚ ਸਾਂ, ਤੂੰ ਉਦੋਂ ਬੰਦਾ ਹੀ ਬਣਿਆ ਹੋਇਆ ਸਾਂ। ਸੁੱਕੀਆਂ ਨਦੀਆਂ ਨਾਲਿਆਂ ਵਿੱਚੋਂ ਸਾਰੇ ਲੰਘ ਜਾਂਦੇ ਨੇ। ਮਜ਼ਾ ਤੇ ਉਦੋਂ ਜਦੋਂ ਕੋਈ ਨਦੀ ਹੜ੍ਹ ਤੇ ਆਈ ਹੋਏ ਤੇ ਉਦੋਂ ਪਾਰ ਕੋਈ ਲੰਘੇ। ਸੁੱਕੀਆਂ ਨਦੀਆਂ ਵਿੱਚੋਂ ਤੇ ਕੀੜੀਆਂ ਵੀ ਲੰਘ ਜਾਂਦੀਆਂ ਨੇ। ਹੁਣ ਬੁੱਢੇ ਬਾਰੇ ਲੋਕਾਂ ਨੂੰ ਸੁਧਾਰਨ ਦਾ ਉਪਦੇਸ਼ ਦੇਣਾ ਵੀ ਜਦੋਂ ਤੂੰ ਜਵਾਨ ਸੀ ਉਦੋਂ ਤੂੰ ਸੁਧਰਿਆ ਹੋਇਆ ਸੀ। ਜਦੋਂ ਦਰਿਆ ਸੁੱਕ ਜਾਂਦੇ ਨੇ ਤੇ ਕੁਕੜੀਆਂ ਵੀ ਪਾਰ ਹੋ ਜਾਂਦੀਆਂ ਨੇ, ਕੀੜੀਆਂ ਵੀ ਪਾਰ ਹੋ ਜਾਂਦੀਆਂ ਨੇ। ਗੱਲ ਉਦੋਂ ਸੀ ਜਦੋਂ ਦਰਿਆ ਵਗਦਾ ਸੀ। ਮੈਂ ਕਿਹਾ ਬੁੱਢੇ ਬਾਰੇ ਤੱਕ ਤਾਂ ਸਾਰੇ ਗਿਆਨੀ ਬਣ ਜਾਂਦੇ ਨੇ। ਮਜ਼ਾ ਸੀ ਜਵਾਨੀ ਵਿੱਚ ਗਿਆਨ ਹੁੰਦਾ ਹੈ।
ਉਦੋਂ ਤੇ ਅਗਿਆਨਤਾ ਛਾਈ ਜਾਂਦੀ। ਜਿਹੜਾ ਕੋਈ ਉੱਠਦਾ ਹੈ, ਤੇਰੀ ਫਲਾਨਿਆਂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਜਵਾਨੀ ਨਹੀਂ ਤੇ ਕੌਮਾਂ ਬਰਬਾਦ ਕਰਾਈਆਂ ਹੋਈਆਂ ਨੇ। ਜਵਾਨ ਕੋ ਗਿਆਨ ਨਹੀਂ ਹੁੰਦਾ, ਬੁੱਢੇ ਕੋ ਗਿਆਨ ਹੁੰਦਾ ਹੈ। ਉਹ ਬੁੱਢਾ ਕੁਝ ਕਰ ਨਹੀਂ ਸਕਦਾ ਹੁੰਦਾ, ਤੇ ਜਵਾਨੀ ਕੁਝ ਕਰਦੀ ਹੈ, ਉਹਦੇ ਕੋ ਗਿਆਨ ਨਹੀਂ ਹੁੰਦਾ। ਅਨਰਥ ਕਰ ਦਿੰਦੇ ਨੇ। ਫਿਰ ਤੇ ਕੱਲ ਨੂੰ ਫਿਰ ਇਸੇ ਵਿਚਾਰ ਨੂੰ ਆਪਾਂ ਖੋਲਾਂਗੇ। ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨ ਚੱਲੇ ਨਾਲ, ਤਿਸ ਨਾਲ ਸਿਆਣਪ ਨਾ ਚੱਲਈ, ਨਾ ਹੁਜਤ ਕਰਨੀ ਜਾਏ। ਉਹਦੇ ਅੱਗੇ ਤੇ ਸਿਰ ਨਵਾਉਣਾ ਹੀ ਭਲਾ ਹੈ। ਉਹ ਰੱਬ ਅੱਗੇ ਗਿਆਨ ਨਹੀਂ ਚੱਲਦਾ, ਗਿਆਨ ਦੁਨੀਆ ਤੇ ਚੱਲਦਾ ਹੈ। ਹਾਂ, ਤੇ ਮਾਰਾ ਮੈਂ ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਸੱਚੇ ਪਾਤਸ਼ਾਹ ਫਿਰ ਕੱਲ ਨੂੰ ਇਸੇ ਪੌੜੀ ਨੂੰ ਥੋੜ੍ਹਾ ਜਿਹਾ ਹੋਰ ਆਪਾਂ ਖੋਲਾਂਗੇ। ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ, ਕਿਵ ਸਚਿਆਰਾ। ਕੱਲ ਦਾ ਸਾਡਾ ਜਿਹੜਾ ਟੌਪਿਕ ਹੋਊਗਾ, ਉਹ ਸਚਿਆਰ ਕਿਸ ਤਰ੍ਹਾਂ ਬਣਨਾ ਹੈ। ਕਿਉਂਕਿ ਇਸ ਬਾਣੀ ਦੇ ਅੰਦਰ ਕਾਮ ਦੀ ਗੱਲ ਨਹੀਂ, ਕ੍ਰੋਧ, ਲੋਭ, ਮੋਹ ਕੁਛ ਨਹੀਂ ਲਿਖਿਆ। ਇਹਦੇ ਵਿੱਚ ਇੱਕੋ ਮੇਨ ਗੱਲ ਲਿਖੀ ਹੈ, ਕਿਵ ਸਚਿਆਰਾ ਹੋਈਏ। ਕਿਵ ਕੂੜੇ ਟੁੱਟੇ ਪਾਲ। ਉਹ ਕੰਧ ਕਿਵੇਂ ਟੁੱਟੇ, ਜਿਹੜੀ ਸਾਡੇ ਤੇ ਰੱਬ ਵਿੱਚ, ਆਤਮਾ ਤੇ ਪਰਮਾਤਮਾ ਵਿੱਚ ਕੰਧ ਬਣੀ ਹੋਈ ਹੈ, ਉਹ ਕਿਵੇਂ ਟੁੱਟੇ। ਤੇ ਦੂਸਰਾ ਸਾਡਾ ਵਿਸ਼ਾ ਕੱਲ ਦਾ ਹੋਏਗਾ ਕਿ ਬਾਣੀ ਕਰਤਾਰਪੁਰ ਸਾਹਿਬ ਸੰਗਤਾਂ ਦਰਸ਼ਨ ਕਰਨ ਆਈਆਂ, ਤੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਪੜ੍ਹਨ ਦਾ ਹੁਕਮ ਲਾਇਆ। ਤੇ ਜਪਜੀ ਸਾਹਿਬ ਪੜ੍ਹਨ ਦਾ ਕੀ ਮਹੱਤਮ ਹੈ, ਉਹ ਕੱਲ ਨੂੰ ਆਪਾਂ ਵਿਚਾਰ ਕਰਾਂਗੇ। ਇੱਥੇ ਹੁਣ ਵਿਚਾਰਾਂ ਦੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।